ਮੰਤਰੀ ਸਾਹਿਬ मैं लोगों नाल गलबात कर रहा सी। मैं लोगों की पावर होंदी है, लोग वड्डे होंदे ने वैसे लोकतंत्र च लोगों ने मंत्री बसां च सफ़र करन लाते। की कहना चाहुंदे जे बस ते चढ़ना ते अपनी बस ते मान ना चढ़ना ते जिहड़ा किराया देना फिर पंजाब दे लोकां दीयां जेबां 'ਚ जाना। ये पहला कितने मंत्री बसां जनता दे नाल सफ़र करते थे, अपनियां कारां 'ਚ सरकारी कारां 'ਚ जांदे सी आउंदे सी। एक परिवार बादल परिवार जिहड़ा लंमा समा पंजाब दे खजाने नूं चूना लाउंदा पिया सीधे जां सीधे ढंग नाल इहो ही बसां जिहड़ियां इंडो कनेडियन बादल परिवार दीयां चलदियां सन पंजाब तो। नौजवान बिल्कुल मंत्री साहब दे नाल बैठे बाई जी। की नाम ਮਨਜਿੰਦਰ ਸਿੰਘ। टिकट बुक कराई सी, नाल आया सी अभी तुहाडे नाल मंत्री साहब बह के जाण? ਨਹੀਂ ਸਰ, ਨਾਲ ਤਾਂ ਨਹੀਂ, ਬ੍ਰਦਰ ਨੇ ਕੀਤੀ ਸੀ ਟਿਕਟ ਬੁੱਕ ਤੇ ਇਹਦੇ ਖੁਦ ਇੱਥੇ ਆਣ ਕੇ ਪਤਾ ਲੱਗਾ ਜਲੰਧਰ ਦੇ ਮੰਤਰੀ ਸਾਹਿਬ ਨਾਲ ਆ ਰਹੇ। सरकारी बस ते दिल्ली एयरपोर्ट जाण नूं मिल रहा आ, कोई फायदा लगदा सरकार दा? फायदा ही है जब किराया घटिया तो अच्छा, की फर्क लग्या? बहुत फर्क, जमीन समान का फर्क। चंगा की है ते माड़ा की? चंगा है बहुत बड़ी गल ये भी किराया बहुत घट है। ਤੁਹਾਡਾ ਕਿੰਨਾ ਕਿਰਾਇਆ ਲੱਗਾ ਜਲੰਧਰ ਤੋਂ ਇੱਥੇ ਤੱਕ? ਸਾਡਾ 2340 ਰੁਪਏ ਲੱਗੇ ਦੋਨਾਂ ਦਾ। ਹਾਂਜੀ, ਮਤਲਬ 1100 ਰੁਪਏ ਇੱਕ ਜਣਾ। ਹਾਂ ਇੰਨਾ ਕੁ, ਹਾਂਜੀ। ਤੇ ਉਹ ਜਿਹੜੀ ਦੂਜੀ ਬੱਸ ਸੀਗੀ ਨਿੱਜੀ, ਉਹ ਤੇ 34-3500 ਰੁਪਏ ਇੱਕ ਦਾ ਲੱਗ ਜਾਂਦਾ ਹੈ। ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਕਿੰਨੇ ਕੁ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਲਾਹਾ ਲੈ ਲਿਆ ਇਸ ਸਫ਼ਰ ਦਾ? 18,500 ਦੇ ਕਰੀਬ ਯਾਤਰੀ ਸਫ਼ਰ ਕਰ ਚੁੱਕਾ ਦਿੱਲੀ 에ਅਰਪੋਰਟ ਤੋਂ, ਪੰਜਾਬ ਤੋਂ ਦਿੱਲੀ 에ਅਰਪੋਰਟ। ਤੇ 2.25 ਕਰੋੜ ਰੁਪਈਆ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਆ ਚੁੱਕਾ। ਤੇ 2.25 ਕਰੋੜ ਰੁਪਈਆ ਇਹ ਤੇ ਘੱਟ ਰੇਟ ਕਰਕੇ ਆਇਆ, ਨਹੀਂ ਤੇ ਇਸੇ ਰੇਸ਼ੋ ਨਾਲ ਆਪਾਂ ਚੱਲੀਏ ਤੇ ਇੱਕੋ ਘਰਾਣੇ ਦੀਆਂ ਬੱਸਾਂ ਨੂੰ ਅੱਜ 7 ਤੋਂ 8 ਕਰੋੜ ਰੁਪਈਆ ਪੰਜਾਬ ਦੇ ਲੋਕਾਂ 'ਚ ਉਹਨਾਂ ਦੀਆਂ ਜੇਬਾਂ 'ਚ ਚਲ ਜਾਣਾ ਸੀ। ਜੇ ਅਸੀਂ ਵੋਟਾਂ ਇਹਨਾਂ ਨੂੰ ਪਾਈਆਂ ਤਾਂ ਅਸੀਂ ਸੰਤੁਸ਼ਟ ਹਾਂ ਵੀ ਅਸੀਂ ਚੰਗੀ ਸਰਕਾਰ ਬਣਾਈ ਹੈ। ਜਿੱਦਾਂ ਮੰਜੇ ਤੇ ਬਹਿ ਕੇ ਜਾਣ ਡੇ। ਅੱਛਾ, ਹਾਂਜੀ, ਇੰਨਾ ਆਰਾਮ ਦਾ ਇੱਕ ਮਤਲਬ ਸਫ਼ਰ। ਹਾਂਜੀ, ਬਹੁਤ ਵਧੀਆ, ਗੱਡੀ ਨਾਲੋਂ ਵੀ ਵਧੀਆ। ਮੇਰਾ ਪਹਿਲਾ ਸਵਾਲ ਇਹ ਹੈ ਵੀ ਕਮੀਆਂ ਕੀ ਹੈ ਕਿਹਦੇ ਵਿੱਚ? ਬੱਸ ਸਰਵਿਸ ਕੋਈ ਕਮੀ ਨਹੀਂ ਗੀ ਜੀ। ਠੀਕ ਹੈ, ਬਹੁਤ ਗੁੱਡ ਸਰਵਿਸ ਆ, ਬਹੁਤ ਹੀ ਵਧੀਆ ਆ। ਪਹਿਲਾਂ ਆਉਂਦੇ ਸੀ ਕਿੰਨਾ ਕਿਰਾਇਆ ਲੱਗਦਾ ਸੀਗਾ, ਫਿਰ ਉਹਨਾਂ ਦੀ ਮਨਮਰਜ਼ੀ ਆ। ਇੰਨੇ 4 ਘੰਟੇ ਪਹਿਲਾਂ ਜਾ ਕੇ 에ਅਰਪੋਰਟ ਤੇ ਬੈਠ ਜਾਓ, ਇੰਨੇ ਵਜੇ ਬੱਸ ਚੱਲੂਗੀ, ਇੰਨੇ ਵਜੇ ਚੱਲੂਗੀ। ਹੁਣ ਇਹ ਬੜੀ ਵਧੀਆ ਟਾਈਮਿੰਗ ਮੈਚ ਕੀਤੀ ਹੋਈ ਆ। ਟਾਈਮਿੰਗ ਮੈਚ ਕੀਤੀ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਲ। ਦੋਸਤੋ, ਇੱਕ ਵਾਰ ਫਿਰ ਤੁਹਾਨੂੰ ਅਸੀਂ ਉਸੇ ਬੱਸ 'ਚ ਲੈ ਕੇ ਆਏ ਹਾਂ ਜਿਸ ਨੂੰ ਪੰਜਾਬ ਸਰਕਾਰ ਨੇ ਹਰੀ ਝੰਡੀ ਦਿੱਤੀ, ਜੋ ਪੰਜਾਬ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ, ਵੱਖ-ਵੱਖ ਸ਼ਹਿਰਾਂ 'ਚੋਂ ਹੁੰਦੀ ਹੋਈ ਦਿੱਲੀ 에ਅਰਪੋਰਟ ਨੂੰ ਜਾਂਦੀ ਹੈ। ਹਾਲਾਂਕਿ ਬਹੁਤ ਸਾਰੀਆਂ ਬੱਸਾਂ ਨੇ ਜਿਹੜੀਆਂ ਪੰਜਾਬ ਤੋਂ ਦਿੱਲੀ 에ਅਰਪੋਰਟ ਨੂੰ ਜਾਂਦੀਆਂ ਨੇ, ਤੇ ਬੀਤੇ 1 ਮਹੀਨੇ ਦੀ ਰਿਪੋਰਟ ਦੀ ਗੱਲ ਕਰ ਲਈਏ ਤਾਂ ਤਕਰੀਬਨ 18,000 ਸਵਾਰੀਆਂ ਨੇ ਇਹਨਾਂ ਸਰਕਾਰੀ ਵੋਲਵੋ ਬੱਸਾਂ ਦਾ ਲਾਹਾ ਲਿਆ। ਇਹਨਾਂ ਤੋਂ ਘੱਟ ਕਿਰਾਏ ਦੇ ਵਿੱਚ ਦਿੱਲੀ 에ਅਰਪੋਰਟ ਤੱਕ, ਦਿੱਲੀ ਤੱਕ ਦਾ ਸਫ਼ਰ ਤੈਅ ਕੀਤਾ ਹੈ। ਤੇ ਵੱਡੀ ਗੱਲ ਹੈ ਕਿ ਸਰਕਾਰੀ ਸਹੂਲਤ ਦਾ ਜਿਹੜਾ ਫਾਇਦਾ ਲੋਕਾਂ ਨੂੰ ਮਿਲ ਰਿਹਾ ਆ। ਅਸੀਂ ਇੱਕ ਵਾਰ ਫਿਰ ਉਸੇ ਬੱਸ ਦੇ ਵਿੱਚ ਹਾਂ ਤੇ ਇਸੇ ਬੱਸ ਦੇ ਵਿੱਚ ਅੱਜ ਵੱਡੀ ਗੱਲ ਹੈ ਕਿ ਸਵਾਰੀਆਂ ਦੇ ਨਾਲ ਜੋ ਟਰਾਂਸਪੋਰਟ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ, ਉਹ ਸਫ਼ਰ ਕਰ ਰਹੇ ਨੇ। ਉਹ ਦਿੱਲੀ ਤੱਕ ਜਾ ਰਹੇ ਨੇ। ਹਾਲਾਂਕਿ ਕੱਲ੍ਹ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਮੈਂ ਦਿੱਲੀ ਤੱਕ ਇਸੇ ਵੋਲਵੋ ਬੱਸ 'ਤੇ ਜਾਊਂਗਾ। ਜਲੰਧਰ ਤੋਂ ਚੜ੍ਹੇ ਨੇ ਤੇ ਸਵਾਰੀਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਵੀ ਜਾ ਰਹੇ ਨੇ ਕਿ ਕਿੱਦਾਂ ਦਾ ਹੋਰ ਪ੍ਰਬੰਧ ਹੋਣੇ ਚਾਹੀਦੇ ਨੇ, ਕਿੱਦਾਂ ਦੀਆਂ ਚੀਜ਼ਾਂ ਹੋਰ ਚਾਹੀਦੀਆਂ ਨੇ, ਕੀ ਸਹੂਲਤਾਂ ਨੇ। ਤੇ ਇਹ ਆਪਾਂ ਸਵਾਰੀਆਂ ਤੋਂ ਪਹਿਲਾਂ ਪਤਾ ਕਰਦੇ ਹਾਂ ਵੀ ਉਹਨਾਂ ਨੂੰ ਇਸ ਸਫ਼ਰ ਦਾ ਕਿੰਨਾ ਕੁ ਆਨੰਦ ਆਉਂਦਾ ਹੈ ਤੇ ਕੀ ਸਹੂਲਤਾਂ ਹੋਰ ਚਾਹੀਦੀਆਂ ਨੇ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ। ਕਿੱਥੋਂ ਆਏ ਹੋ? ਇਹ ਤਾਂ ਜਲੰਧਰੋਂ ਆਏ। ਜਲੰਧਰੋਂ ਆਏ ਹੋ? ਹਾਂਜੀ ਦਿੱਲੀ 에ਅਰਪੋਰਟ ਜਾਣਾ? ਹਾਂਜੀ, 에ਅਰਪੋਰਟ ਤੋਂ ਗਾਂ ਫਿਰ ਕਿਹੜਾ ਜਹਾਜ਼ ਚੜ੍ਹਨਾ? ਕੈਨੇਡਾ ਦਾ। ਕੈਨੇਡਾ ਦਾ ਜਹਾਜ਼। ਪਹਿਲਾਂ ਵੀ ਜਾ ਆਏ ਹੋ ਕਿ ਨਹੀਂ, ਪਹਿਲੀ ਵਾਰ ਚੱਲੇ ਹਾਂ। ਪਹਿਲੀ ਵਾਰ ਚੱਲੇ। ਅੱਛਾ ਮਾਤਾ, ਸਰਕਾਰੀ ਬੱਸ ਤੇ ਦਿੱਲੀ 에ਅਰਪੋਰਟ ਜਾਣ ਨੂੰ ਮਿਲ ਰਿਹਾ ਆ, ਕੋਈ ਫਾਇਦਾ ਲੱਗਦਾ ਸਰਕਾਰ ਦਾ? ਬਹੁਤ ਫਾਇਦਾ ਹੀ ਹੈ ਜਦ ਕਿਰਾਇਆ ਘਟਿਆ ਤਾਂ। ਕਿਰਾਇਆ ਘੱਟ ਹੈ। ਹਾਂਜੀ। ਹੋਰ ਤੁਹਾਨੂੰ ਕੀ ਲੱਗਦਾ ਹੈ ਵੀ ਚਲੋ ਕਿਰਾਇਆ ਤਾਂ ਘੱਟ ਹੈ, ਹੋਰ ਕੋਈ ਸਹੂਲਤ ਜਿਹੜੀ ਮਿਲਦੀ ਹੋਵੇ ਬੱਸ ਠੀਕ ਆ ਜਾਂ ਕਈ ਨਹੀਂ ਮਿਲਦੀਆਂ? ਠੀਕ ਹੈ, ਬਸ ਤਾਂ ਠੀਕ ਹੈ। ਠੀਕ ਤਾਂ ਹੀ ਬੱਸੇ ਚੜੇ। ਅੱਛਾ, ਮੰਤਰੀ ਸਾਹਿਬ ਆਪ ਬੈਠੇ ਨੇ ਕਹਿੰਦੇ ਬੱਸ 'ਚ ਅੱਜ। ਅੱਛਾ ਅੱਛਾ, ਚੰਗਾ ਵਧੀਆ ਹੈਗਾ। ਮਿਲੇ ਕਿ ਨਹੀਂ ਮਿਲੇ ਜੀ? ਨਹੀਂ ਮਿਲੇ ਨਹੀਂ। ਮਿਲੇ ਨੇ। ਕੀ ਨਾਮ ਹੈ ਸਰ ਤੁਹਾਡਾ? ਅਮਰੀਕ ਸਿੰਘ। ਤੁਸੀਂ ਵੀ ਕੈਨੇਡਾ ਚੱਲੇ ਹੋ ਜੀ ਨਾਲ ਫਿਰ ਮਾਤਾ ਦੇ? ਹਾਂਜੀ। ਚਲੋ, ਦਿੱਲੀ ਪਹਿਲਾਂ ਵੀ ਆਉਂਦੇ ਰਹੇ ਹੋ ਕਿ ਨਹੀਂ? ਮੈਂ ਤਾਂ ਬਹੁਤ ਵਾਰੀ। ਬਹੁਤ ਵਧੀਆ। ਬੱਸਾਂ ਬੁੱਸਾਂ ਦੇ ਆਉਂਦੇ ਹੋ ਜਾਂ ਗੱਡੀਆਂ? ਪਹਿਲਾਂ ਉਹ ਬਾਦਲ ਵਾਲੀਆਂ ਬੱਸਾਂ 'ਚ ਬਹੁਤ ਗੇੜੇ ਲਾਏ। ਨਿੱਜੀ ਕੰਪਨੀ 'ਚ ਬਹੁਤ ਗੇੜੇ ਲਾਏ। ਰਿਸ਼ਤੇਦਾਰਾਂ ਚੜਾਉਣ ਆਈਦਾ ਸੀ। ਠੀਕ ਹੈ। ਤੇ ਜਾਂਦੇ ਆਉਂਦੇ ਰਹੇ ਬਹੁਤ। ਅੱਛਾ, ਕੀ ਫਰਕ ਲੱਗਿਆ? ਬਹੁਤ ਫਰਕ, ਜ਼ਮੀਨ ਸਮਾਨ ਦਾ ਫਰਕ। ਜ਼ਮੀਨ ਸਮਾਨ ਦਾ। ਚੰਗਾ ਕੀ ਹੈ ਤੇ ਮਾੜਾ ਕੀ ਹੈ? ਚੰਗਾ ਹੈ ਬਹੁਤ ਵੱਡੀ ਗੱਲ ਇਹ ਆ ਵੀ
ਕਿਰਾਇਆ ਬਹੁਤ ਘੱਟ ਹੈ ਠੀਕ ਹੈ ਆਪਣਾ ਤੀਜਾ ਸਰਕਰਾ ਦੂਜਾ ਹਰ ਸਹੂਲਤ ਹੈ ਹਰ ਬੰਦਾ ਪਿਆਰ ਨਾਲ ਬੋਲਦਾ ਪਿਆਰ ਨਾਲ ਉੱਥੋਂ ਜਲੰਧਰੋਂ ਸਾਨੂੰ ਚੜਾਇਆ ਅੱਛਾ ਹਰ ਬੜੀ ਵਧੀਆ ਉਹ ਪਿਆਰ ਨਾਲ ਨਹੀਂ ਬੋਲਦੇ ਸੀਗੇ ਉਹ ਉਹਨਾਂ ਦਾ ਸਿਸਟਮ ਹੋਰ ਸੀਗਾ ਜੀ ਹਾਂਜੀ ਤੁਸੀਂ ਤੁਹਾਡਾ ਕਿੰਨਾ ਕਿਰਾਇਆ ਲੱਗਿਆ ਜਲੰਧਰ ਤੋਂ ਇੱਥੇ ਤੱਕ ਸਾਡਾ 2340 ਰੁਪਏ ਲੱਗੇ ਦੋਨਾਂ ਦੋਵਾਂ ਦਾ? ਹਾਂਜੀ ਮਤਲਬ 11 1150 ਰੁਪਏ ਇੱਕ ਜਾਣਾ ਹਾਂ ਇੰਨਾ ਕੁ ਹਾਂਜੀ ਤੇ ਉਹ ਜਿਹੜੀ ਦੂਜੀ ਬੱਸ ਸੀਗੀ ਨਿੱਜੀ ਉਹ ਤੇ 34-3500 ਰੁਪਏ ਇੱਕ ਦਾ ਹੀ ਲੱਗ ਜਾਂਦਾ ਸੀ ਅੱਛਾ ਹਾਂਜੀ ਮਤਲਬ ਦੋਵਾਂ ਜੀਆਂ ਨੇ ਜਾਣਾ ਹੋਵੇ ਤਾਂ ਹਾਂ। 7000 ਲੱਗਦਾ ਲੱਗਦਾ ਹੀ ਲੱਗਦਾ ਤੁਹਾਡਾ ਫਿਰ ਕੁੱਲ ਮਿਲਾ ਕੇ ਅਸੀਂ ਕਹਿ ਦਈਏ ਵੀ 4500 ਬਚ ਗਿਆ ਅੱਜ। ਹਾਂਜੀ ਹਾਂਜੀ ਬਹੁਤ ਜ਼ਿਆਦਾ ਪਰ ਜਿੱਥੇ ਸਰਕਾਰੀ ਕੰਮਾਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਘੱਟ ਹੁੰਦਾ ਹੈ, ਠੀਕ ਆ ਹਾਂ ਉੜ ਗਿਆ ਸੀ ਪਹਿਲਾਂ ਵਿਸ਼ਵਾਸ ਠੀਕ ਹੈ ਤੇ ਨਹੀਂ ਹੁਣ ਦੁਬਾਰੇ ਹਰ ਚੀਜ਼ ਬਦਲਾ ਆ ਰਿਹਾ ਬਹੁਤ ਜ਼ਿਆਦਾ ਸਭ ਆਪ ਬੈਠੇ ਨੇ ਕੀ ਲੱਗਦਾ ਵੀ ਸਰ ਮੰਤਰੀ ਤੁਸੀਂ ਬੱਸਾਂ ਦੇ ਸਫ਼ਰ ਕਰਨ ਲਾਤੇ ਬਹੁਤ ਖੁਸ਼ੀ ਦੀ ਗੱਲ ਆ ਉਹ ਸਾਡੀ ਤਕਲੀਫਾਂ ਦੇਖਣੀ ਆਏ ਆ ਹਾਂਜੀ ਖੁਸ਼ੀ ਦੀ ਗੱਲ ਹੈ ਵੀ ਮੰਤਰੀ ਬੱਸਾਂ 'ਚ ਸਫ਼ਰ ਕਰਨ ਲਾਤੇ ਲੋਕਾਂ ਨੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਸ਼ੁਭ ਨਾਮ ਹੈ ਜੀ ਮੇਰਾ ਨਾਮ ਵਰਿੰਦਰ ਕੁਮਾਰ ਹੈ ਵਰਿੰਦਰ ਕੁਮਾਰ ਜਲੰਧਰ ਤੋਂ ਆ ਰਹੇ ਹੋ ਜੀ ਜਲੰਧਰ ਤੋਂ ਜੀ ਤੁਸੀਂ ਕਿਹੜਾ ਜਹਾਜ਼ ਫੜਨਾ ਮੈਂ ਅਮਰੀਕਨ 에ਅਰਲਾਈਨ ਦਾ ਜੀ ਅੱਛਾ ਕੀ ਬਾਤ ਨਿਊਯਾਰਕ ਜਾਣਾ ਨਿਊਯਾਰਕ ਬਹੁਤ ਵਧੀਆ ਤੇ ਮੈਡਮ ਵੀ ਨਾਲ ਤੁਹਾਡੇ ਨਾਲ ਨੇ ਕੀ ਨਾਮ ਹੈ ਜੀ ਤੁਹਾਡਾ ਅਨੀਤਾ ਸ਼ਰਮਾ ਤੇ ਪਹਿਲੀ ਵਾਰ ਸਫ਼ਰ ਕਰ ਰਹੇ ਹੋ ਜੀ ਸਰਕਾਰੀ ਬੱਸ ਤੇ ਸਰਕਾਰੀ ਬੱਸ 'ਚ ਦੂਸਰੀ ਵਾਰ ਜੀ ਦੂਜੀ ਵਾਰ ਦੂਜੀ ਵਾਰ ਆਜ਼ਾਦੀਆਂ ਚੱਲੀਆਂ ਅਸੀਂ ਦੂਸਰੀ ਵਾਰ ਇਹ 'ਚ ਚੱਲੇ ਹਾਂ ਆਜ਼ਾਦੀਆਂ ਹੁਣ ਚੱਲੀਆਂ ਜਦੋਂ ਸਰ ਕੇਜਰੀਵਾਲ ਜਾਂ ਉਹ ਝੰਡਾ ਦੇ ਗਏ ਸੀ ਜਲੰਧਰ ਤੋਂ ਹੁਣ ਚੱਲੀਆਂ ਇਹ ਤੋਂ ਪਹਿਲਾਂ ਮੇਰਾ ਬ੍ਰਦਰ ਗਿਆ USA ਮੈਂ ਉਹਨੂੰ ਵੀ ਇਹਦੀ ਟਿਕਟ ਬੁੱਕ ਕਰਾ ਕੇ ਦਿੱਤੀ ਤਾਂ ਆਪ ਵੀ ਅਸੀਂ ਇਹਦੇ ਵਿੱਚ ਹੀ ਚੱਲੇ ਹਾਂ ਚਲੋ ਮੇਰਾ ਪਹਿਲਾ ਸਵਾਲ ਇਹ ਹੈ ਵੀ ਕਮੀਆਂ ਕੀ ਹੈ ਕਿਹਦੇ ਵਿੱਚ ਬੱਸ ਸਰਵਿਸ ਕੋਈ ਕਮੀ ਨਹੀਂ ਗੀ ਜੀ ਠੀਕ ਹੈ ਬਹੁਤ ਗੁੱਡ ਸਰਵਿਸ ਆ ਬਹੁਤ ਹੀ ਵਧੀਆ ਆ ਅਸੀਂ ਪਹਿਲੀ ਵਾਰ ਜੀ 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 ਹਾਂਜੀ ਪਹਿਲੀ ਵਾਰ ਆਏ ਆ ਅਸੀਂ ਇੱਥੇ ਇਹ ਬੱਸ ਚੋਂ ਵੈਰੀ ਨਾਈਸ ਸਗੋਂ ਸਾਰੀ ਬੱਸਾਂ ਚੈੱਕ ਕਰਨਾ ਚਾਹੀਦਾ ਆ ਇਹਨਾਂ ਨੂੰ ਮੰਤਰੀ ਜੀ ਨੂੰ ਵੀ ਪਤਾ ਜਿਆਦੇ ਉਹ ਲੋਕੀ ਸਮਝਣ ਉਹਨਾਂ ਤਕਲੀਫਾਂ ਸਮਝਣ ਅਦਰਵਾਈਜ਼ ਤਾਂ ਸਭ ਵਧੀਆ ਆ ਸਰਕਾਰੀ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਨਹੀਂ ਹੁੰਦਾ ਕਿ ਸਰਕਾਰੀ ਬੱਸਾਂ ਨੂੰ ਲੈ ਕੇ ਗੀਤ ਵੀ ਬਣਿਆ ਸੀ ਆ ਗਈ ਰੋਡਵੇਜ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ ਅੱਛਾ ਉਹ ਗੀਤ ਤੇ ਹੋਣ ਵਾਲੀ ਬੱਸਾਂ ਉਹ ਹੁਣ ਵਾਲੀਆਂ ਬੱਸਾਂ ਦਾ ਤਾਂ ਬਹੁਤ ਫਰਕ ਹੈ ਜੀ ਇਹ ਉਹਨਾਂ ਦੀ ਲੁੱਟ ਜਿਹੜੀ ਸੀਗੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਹੋ ਰਹੀ ਉਹ ਬੰਦ ਹੋ ਗਈ ਹੁਣ ਬੰਦ ਹੋ ਗਈ ਹੈ ਲੁੱਟ ਵਾਕਈ ਬੰਦ ਹੋ ਗਈ ਹੈ ਇਹ ਬੱਸ ਦੇ ਵਿੱਚ ਆਏ ਆ ਪਹਿਲਾਂ ਆਉਂਦੇ ਸੀ ਕਿੰਨਾ ਕਿਰਾਇਆ ਲੱਗਦਾ ਸੀਗਾ ਫਿਰ ਉਹਨਾਂ ਦੀ ਮਨਮਰਜ਼ੀ ਆ ਇੰਨੇ 4 ਘੰਟੇ ਪਹਿਲਾਂ ਜਾ ਕੇ 에ਅਰਪੋਰਟ ਤੇ ਬੈਠ ਜਾਓ ਇੰਨੇ ਵਜੇ ਬੱਸ ਚੱਲੂਗੀ ਇੰਨੇ ਵਜੇ ਚੱਲੂਗੀ ਹੁਣ ਇਹ ਬੜੀ ਵਧੀਆ ਟਾਈਮਿੰਗ ਮੈਚ ਕੀਤੀ ਹੋਈ ਆ ਟਾਈਮਿੰਗ ਮੈਚ ਕੀਤੀ ਆ ਬਹੁਤ ਸੋਹਣਾ ਪਹੁੰਚਾ ਦਿੰਦੇ ਨੇ ਪਹੁੰਚਾ ਦਿੰਦੇ ਵਧੀਆ ਟਾਈਮ ਨਾਲ 에ਅਰਪੋਰਟ ਤੇ ਅਸੀਂ ਟਾਈਮ ਨਾਲ ਪਹੁੰਚਦੇ ਹਾਂ ਠੀਕ ਹੈ ਟਰਮੀਨਲ 3 ਤੱਕ ਜਾਂਦੀ ਹੈ ਬਸ ਹਾਂਜੀ ਹਾਂਜੀ ਟਰਮੀਨਲ ਤੱਕ ਦਿੱਕਤ ਤਾਂ ਨਹੀਂ ਹੁੰਦੀ ਜੇ ਕਿਸੇ ਹੋਰ ਟਰਮੀਨਲ ਤੇ ਜਾਣਾ ਨਹੀਂ ਨਹੀਂ ਕੋਈ ਦਿੱਕਤ ਨਹੀਂ ਹੁੰਦੀ ਮੈਂ ਇੱਥੇ ਇੰਡੀਅਨ ਆਇਲ ਦਾ ਡੀਲਰ ਵੀ ਆ ਮੇਰਾ ਪੰਪ ਹੈ ਆਪਣਾ ਮੈਂ ਇੰਡੀਅਨ ਆਇਲ ਦੀ ਜਿਹੜੀ ਮੇਰੀ ਸਾਡੀ ਪੰਜਾਬ ਡੀਲਰ ਵਾਲਿਆਂ ਦੀ ਹੈਗੀ ਆ ਉਹਦੀ ਸਾਈਡ ਦੇ ਉੱਤੇ ਇਹਨਾਂ ਦਾ ਹੁਣ ਫੋਟੋ ਖਿੱਚ ਕੇ ਸਾਰੇ ਲਿਖ ਕੇ ਪਾਇਆ ਕਿ ਸਰ ਬੈਠੇ ਆ ਹਾਂਜੀ 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 ਪਾਇਆ ਜੀ ਬਈ ਸਰ ਬੈਠੇ ਆ ਆਪ ਵਿੱਚ ਆ ਕੇ ਤੇ ਬਹੁਤ ਸੋਹਣੀ ਗੱਲ ਹੈ ਬੱਸ ਦੇ ਵਿੱਚ ਬਹੁਤ ਆ ਕੇ ਇਹਨਾਂ ਨੇ ਮੰਤਰੀ ਸਾਹਿਬ ਨੇ ਬੱਸ 'ਚ ਆ ਕੇ ਸਾਰਿਆਂ ਨੂੰ ਦੇਖਿਆ ਸਾਰਿਆਂ ਨੂੰ ਪੁੱਛਿਆ ਤੁਹਾਡੇ ਨਾਲ ਗੱਲਬਾਤ ਕੀ ਕੀਤੀ ਮੰਤਰੀ ਸਾਹਿਬ ਨੇ ਨਹੀਂ ਕੀਤੀ ਤਾਂ ਨਹੀਂ ਅੱਛਾ ਉਹ ਹਾਲ ਚਾਲ ਪੁੱਛਿਆ ਹੁੰਦੇ ਪੁੱਛਿਆ ਜੀ ਆਉਂਦੇ ਪੁੱਛਿਆ ਜੀ ਅਸੀਂ ਸੁਣਦੇ ਆ ਜੀ ਉਹਨਾਂ ਦੀਆਂ ਸਾਰੀਆਂ ਗੱਲਾਂ ਉਹਨਾਂ ਦੀਆਂ ਪਰ ਬਹੁਤ ਸੋਹਣੀ ਗੱਲ ਆ ਸੋਹਣੀ ਗੱਲ ਹੈ ਕਿਹਾ ਜਾ ਰਿਹਾ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਦੋਂ ਘਰੋਂ ਚੱਲੇ ਸੀ ਉਦੋਂ ਪਤਾ ਲੱਗਦਾ ਸੀ ਵੀ ਮੰਤਰੀ ਸਾਹਿਬ ਨਾਲ ਬੈਠਣਗੇ ਕਦੀ ਸੋਚਿਆ ਹੀ ਨਹੀਂ ਸੀਗਾ ਵੀ ਮੰਤਰੀ ਵੀ ਮੰਤਰੀ ਵੀ ਗੱਡੀਆਂ ਜਾ ਸਕਦੇ ਆ ਨਹੀਂ ਨਹੀਂ ਸੋਚਿਆ ਹੀ ਨਹੀਂ ਸੀਗਾ ਲੋਕਾਂ ਦੀ ਪਾਵਰ ਹੈ ਕੇ ਪਤਾ ਲੱਗਾ ਵੀ ਮੰਤਰੀ ਜੀ ਇਸ ਬੱਚੇ ਆ ਰਹੇ ਜਾ ਰਹੇ ਲੋਕਾਂ ਨੇ ਮੰਤਰੀ ਵੀ ਬੱਸਾਂ 'ਚ ਸਫ਼ਰ ਕਰਨ ਲੱਗ ਪਏ ਜੀ ਜੀ ਪਹਿਲਾਂ ਕਿੱਥੇ ਮੰਤਰੀ ਬੱਸਾਂ 'ਚ ਜਨਤਾ ਦੇ ਨਾਲ ਸਫ਼ਰ ਕਰਦੇ ਸੀ ਆਪਣੀਆਂ ਕਾਰਾਂ 'ਚ ਸਰਕਾਰੀ ਕਾਰਾਂ 'ਚ ਜਾਂਦੇ ਸੀ ਆਉਂਦੇ ਸੀ ਸੋ ਕੀ ਕਹਿਣਾ ਚਾਹੁੰਦੇ ਹੋ ਕਿੱਥੇ ਚੱਲੇ ਹੋ ਪਹਿਲਾਂ ਜਹਾਜ਼ ਕਿੱਥੋਂ ਦਾ ਫੜਨਾ ਹੈ ਅਸੀਂ ਕੈਨੇਡਾ ਤੋਂ ਫੜਨਾ ਕੈਨੇਡਾ ਫੜਨਾ ਹਾਂਜੀ। ਪਹਿਲੀ ਵਾਰ ਚੱਲੇ ਹੋ ਜਾਂ ਪਹਿਲਾਂ ਵੀ ਕਦੇ ਗਏ ਕੈਨੇਡਾ ਮੈਂ ਪਹਿਲੀ ਵਾਰ ਚੱਲਿਆ ਆਸਟ੍ਰੇਲੀਆ ਪਹਿਲਾਂ ਜਾਇਆ ਹੈ ਅੱਛਾ ਆਸਟ੍ਰੇਲੀਆ ਜਾਇਆ ਤੇ ਹਾਂਜੀ। ਆਸਟ੍ਰੇਲੀਆ ਜਾਣ ਲਈ ਪਹਿਲਾਂ ਜਦੋਂ ਗਏ ਸੀਗੇ ਦਿੱਲੀ ਤੱਕ ਫਿਰ ਕਿਹੜਾ ਵਾਹਨ ਵਰਤਿਆ ਪ੍ਰਾਈਵੇਟ ਗੱਡੀ ਕੈਬ ਕਰਾਈ ਸੀ 10000 10000 ਰੁਪਿਆ ਹਾਂਜੀ ਉਦੋਂ ਕਿੰਨੇ ਜਾਣੇ ਗਏ ਸੀਗੇ ਉਦੋਂ ਅਸੀਂ 3 ਜਣੇ ਤਿੰਨ ਜਾਣੇ 10000 ਰੁਪਿਆ ਮਤਲਬ 9300 ਰੁਪਏ ਲਾ ਲਈ ਉਹ ਸੌਰੀ 3300 ਰੁਪਏ ਲਾ ਲਈ 3300 ਇੱਕ ਬੰਦੇ ਦਾ 3300 ਰੁਪਏ ਹਾਂਜੀ ਤੇ ਹੁਣ ਦੋਵਾਂ ਜੀਆਂ ਦਾ ਕਿੰਨਾ ਲੱਗਿਆ ਹੁਣ ਦੋਨਾਂ ਜੀਆਂ ਦਾ ਸਾਡਾ ਲੱਗਾ 2360 ਰੁਪਏ ਨਹੀਂ 2320 ਰੁਪਏ 2320 ਰੁਪਏ ਹਾਂਜੀ ਹਾਂਜੀ ਫਿਰ ਕੀ ਹੁਣ ਫਰਕ ਪਿਆ ਜੇ ਬਹੁਤ ਜ਼ਿਆਦਾ ਫਰਕ ਪਿਆ ਠੀਕ ਹਾਂਜੀ ਕੀ ਕਹਿਣਾ ਕੀ ਚਾਹੁੰਦੇ ਹੋ ਚਲੋ ਚੰਗੀਆਂ ਗੱਲਾਂ ਤਾਂ ਹੁੰਦੀਆਂ ਨੇ ਤੁਸੀਂ ਕਿਹਾ ਪਰ ਕੋਈ ਹੁੰਦਾ ਸੁਧਾਰ ਕਰਨ ਵਾਲੀ ਚੀਜ਼ ਵੀ ਹੁੰਦੀ ਹੈ ਨਾ ਬੱਸਾਂ ਦੇ ਵਿੱਚ ਸਰਵਿਸ ਦੇ ਵਿੱਚ ਕਿਉਂਕਿ ਨਵੀਂ ਕਹਿੰਦੇ ਸ਼ੁਰੂਆਤ ਕੀਤੀ ਹੈ ਤੇ ਸਿੱਖ ਰਹੇ ਆ ਸੁਧਾਰ ਕੀ ਕਰਨਾ ਬਹੁਤ ਵਧੀਆ ਮੈਨੂੰ ਤਾਂ ਲੱਗਾ ਅੱਛਾ ਅਜੇ ਤਾਂ ਕੋਈ ਸੁਧਾਰ ਦੀ ਲੋੜ ਨਹੀਂ ਕੋਈ ਸੁਧਾਰ ਦੀ ਹਾਂਜੀ ਪਰ ਜਿਵੇਂ ਸਰਕਾਰ ਨੂੰ ਘੇਰਿਆ ਜਾਂਦਾ ਖਾਸ ਤੌਰ ਤੇ ਬੱਸਾਂ ਦੇ ਮਾਮਲੇ ਤਾਂ ਘੇਰ ਨਹੀਂ ਆ
ਮਤਲਬ ਆਮ ਲੋਕਾਂ ਨੂੰ ਪਤਾ ਹੁੰਦਾ ਵੀ ਵਿਰੋਧੀ ਕੀ ਕਹਿੰਦੇ ਨੇ, ਸਰਕਾਰ ਕੀ ਇਹਦਾ ਪਤਾ ਹੀ ਹੁੰਦਾ ਵਿਰੋਧੀਆਂ ਨੇ ਕੀ ਕਹਿਣਾ ਹੈਗਾ। ਮਤਲਬ ਸਰਕਾਰ ਤੁਸੀਂ ਕਹਿੰਦੇ ਹੋ ਵੀ ਜੋ ਕਰ ਰਹੀ ਠੀਕ ਸੰਤੁਸ਼ਟ ਹਾਂ। ਅਜੇ ਕਦੇ ਤਾਂ ਨਹੀਂ ਮੰਤਰੀ ਸਾਹਿਬ ਮਗਰ ਬੈਠੇ ਤਾਂ ਨਹੀਂ ਅਸੀਂ ਘਰ ਵੀ ਇਹ ਗੱਲਾਂ ਕਰਦੇ ਨਹੀਂ ਇਦਾਂ ਦੀ ਗੱਲ ਨਹੀਂ ਗੀ। ਅਸੀਂ ਜਦੋਂ ਦੇ ਮਤਲਬ ਜੇ ਅਸੀਂ ਵੋਟਾਂ ਇਹਨਾਂ ਨੂੰ ਪਾਈਆਂ ਤਾਂ ਅਸੀਂ ਸੰਤੁਸ਼ਟ ਹਾਂ ਵੀ ਅਸੀਂ ਚੰਗੀ ਸਰਕਾਰ ਬਣਾਈ ਹੈ। ਪਰ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਵੀ ਸਰਕਾਰ ਨੂੰ ਤਜਰਬਾ ਨਹੀਂ, ਸਰਕਾਰ ਦੇ ਹੱਥੀਂ ਕੰਮ ਨਹੀਂ ਹੁੰਦੇ, ਇਹ ਲੱਗਦਾ ਕਿਤੇ ਵੀ ਇਹ ਚੀਜ਼ਾਂ ਗਲਤੀਆਂ ਕਰ ਰਹੇ ਆ ਕਿਤੇ? ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗੀ, ਸਾਨੂੰ ਤਾਂ ਨਹੀਂ ਲੱਗਦੀ ਨੇ। ਅੱਛਾ, ਬੱਸ ਦੇ ਸਫ਼ਰ ਬਾਰੇ ਕੀ ਕਹਿਣਾ ਆ? ਤਾਂ ਪੂਰੀ ਠੰਡ ਚੜਾ ਰੱਖੀ ਆ। ਬਹੁਤ ਵਧੀਆ ਹਾਂਜੀ ਬਹੁਤ ਚੰਗਾ। ਕੋਈ ਸੁਧਾਰ ਕਰਨਾ ਹੋਵੇ ਬੱਸਾਂ 'ਚ? ਸੁਧਾਰ ਅਜੇ ਤਾਂ ਸਾਨੂੰ ਨਹੀਂ ਲੱਗਦਾ ਕੋਈ ਵੀ, ਠੀਕ ਆ ਮਤਲਬ ਵਧੀਆ ਹੈ। ਸੁਧਾਰ ਹੀ ਸੁਧਾਰ ਆ, ਮਤਲਬ ਕੋਈ ਵਿੱਚ ਲੱਗਦੀ ਨਹੀਂ ਕੋਈ ਡਿਫਿਕਲਟੀ ਸਾਨੂੰ ਆਈ ਹੈ। ਹਾਂ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਉਹ ਵੀ ਇਸੇ ਬੱਸ ਸਫ਼ਰ ਕਰ ਰਹੇ ਨੇ। ਮੰਤਰੀ ਸਾਹਿਬ, ਮੈਂ ਲੋਕਾਂ ਨਾਲ ਗੱਲਬਾਤ ਕਰ ਰਿਹਾ ਸੀ, ਮੈਂ ਕਿਹਾ ਲੋਕਾਂ ਦੀ ਪਾਵਰ ਹੁੰਦੀ ਹੈ, ਲੋਕ ਵੱਡੇ ਹੁੰਦੇ ਨੇ ਵੈਸੇ ਲੋਕਤੰਤਰ 'ਚ, ਲੋਕਾਂ ਨੇ ਮੰਤਰੀ ਬੱਸਾਂ 'ਚ ਸਫ਼ਰ ਕਰਨ ਲਾਤੇ, ਕੀ ਕਹਿਣਾ ਚਾਹੁੰਦੇ? ਵਾਕਈ ਲੋਕ ਹੀ ਵੱਡੇ ਆ। ਜੇ ਲਾਲਜੀਤ ਭੁੱਲਰ ਅੱਜ ਮੰਤਰੀ ਆ, ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਕੁਰਸੀ ਲੋਕਾਂ ਨੇ ਦਿੱਤੀ ਹੈ। ਲੋਕ ਵੱਡੇ ਨੇ, ਲੋਕਾਂ ਦੀਆਂ ਕੁਰਸੀਆਂ, ਲੋਕਾਂ ਨੇ ਸਾਨੂੰ ਕੁਰਸੀਆਂ ਦਿੱਤੀਆਂ। ਤੇ ਮੇਰਾ ਅੱਜ ਮੁੱਖ ਮਕਸਦ ਇਹ ਆ ਕਿ ਮੈਂ ਖੁਦ ਜਾ ਕੇ ਸਾਡੀਆਂ ਜਿਹੜੀਆਂ ਇਹ ਸਰਕਾਰੀ ਬੱਸਾਂ ਵੋਲਵੋ ਜਿਹੜੀਆਂ ਦਿੱਲੀ ਏਅਰਪੋਰਟ ਨੂੰ ਚੱਲਦੀਆਂ, ਇਹਨਾਂ ਤੇ ਵੇਖਾਂ ਕਿ ਕਿਸੇ ਭੈਣ ਭਰਾ ਨੂੰ ਕੋਈ ਪਰੇਸ਼ਾਨੀ, ਕੋਈ ਦਿੱਕਤ ਨਹੀਂ। ਮੈਂ ਅੱਜ ਜਲੰਧਰ ਤੋਂ ਦਿੱਲੀ ਏਅਰਪੋਰਟ ਤੱਕ ਪੂਰੇ ਦਾ ਪੂਰਾ ਸਫ਼ਰ ਏਅਰਪੋਰਟ ਤੱਕ ਹੋ ਕੇ ਆਊਂਗਾ, ਤੇ ਆਉਂਦਿਆਂ ਵੀ ਮੈਂ ਆਪਣੀ ਬੱਸ ਤੇ ਚੜ੍ਹ ਕੇ ਆਊਂਗਾ, ਜਾਂਦਿਆਂ ਦੀ ਵੀ ਮੈਂ ਟਿਕਟ ਆਪਣੀ ਬੁੱਕ ਕਰਾਈ ਆ, ਤੇ ਆਉਂਦੀ ਵਾਰ ਦੀ ਵੀ ਕਰਾਈ ਹੈ। ਕੱਲ ਖੁਦ ਆਨਲਾਈਨ ਮੈਂ ਆਪਣੀ ਟਿਕਟ ਬੁੱਕ ਕੀਤੀ ਆ, ਤੇ ਬੜੀ ਸੌਖੀ ਆ। ਮੈਂ ਆਪਣੇ NRI ਭੈਣਾਂ ਭਰਾਵਾਂ ਨੂੰ ਤੇ ਪੰਜਾਬ ਦੇ ਆਪਣੀਆਂ ਭੈਣਾਂ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਵੀ ਜੇ ਕੋਈ ਆਪਣਾ ਕੰਮਕਾਰ ਕਰਨਾ ਜਾਂ ਦਿੱਲੀ ਏਅਰਪੋਰਟ ਤੇ ਵਿਦੇਸ਼ਾਂ 'ਚ ਜਾਣਾ, ਤੇ ਤੁਸੀਂ ਆ ਪੰਜਾਬ ਦੀ ਜਿਹੜੀ ਸਰਕਾਰੀ ਬੱਸ ਆ ਵੋਲਵੋ, ਤੇ ਜਿਹੜੀ ਸਾਡੀਆਂ ਪਨ ਬੱਸ, PRTC ਦੀਆਂ ਬੱਸਾਂ, ਇਹਨਾਂ ਤੇ ਸਫ਼ਰ ਕਰੋ। ਇਹ ਬੱਸਾਂ ਪੰਜਾਬ ਦੇ ਲੋਕਾਂ ਦੀਆਂ ਬੱਸਾਂ। ਜੇ ਬੱਸ ਤੇ ਚੜ੍ਹਨਾ ਤੇ ਆਪਣੀ ਬੱਸ ਤੇ ਮਾਣ ਨਾਲ ਚੜ੍ਹਨਾ, ਤੇ ਜਿਹੜਾ ਕਿਰਾਇਆ ਦੇਣਾ ਉਹ ਫਿਰ ਪੰਜਾਬ ਦੇ ਲੋਕਾਂ ਦੀਆਂ ਜੇਬਾਂ 'ਚ ਹੀ ਜਾਣਾ। ਫਿਰ ਕਿਤੇ ਨਾ ਕਿਤੇ ਸਕੂਲਾਂ ਤੇ ਹਸਪਤਾਲਾਂ ਤੇ ਸਰਕਾਰੀ ਜਿਹੜੀ ਗ੍ਰਾਂਟ ਲੱਗਣੀ ਆ, ਤੇ ਇਹੋ ਪੈਸਾ ਇਕੱਠਾ ਹੋ ਕੇ ਜਾ ਕੇ ਖਜ਼ਾਨੇ 'ਚ ਜਾਊਗਾ, ਤੇ ਫਿਰ ਗ੍ਰਾਂਟਾਂ ਦੇ ਰੂਪ 'ਚ ਲੱਗੂਗਾ। ਉਹ ਜਿਵੇਂ ਕਹਿੰਦੇ ਨੇ, ਨਾਲੇ ਪੁੰਨ ਨਾਲੇ ਫਲੀਆਂ, ਨਾਲ ਸਫ਼ਰ ਕਰਨਗੇ ਤੇ ਨਾਲ ਫਿਰ ਪੈਸਾ ਆਪਣੀਆਂ ਸਹੂਲਤਾਂ ਤੇ ਲੱਗੇਗਾ। ਤੇ ਇੱਕ ਪਰਿਵਾਰ ਬਾਦਲ ਪਰਿਵਾਰ ਜਿਹੜਾ ਲੰਮਾ ਸਮਾਂ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾਉਂਦਾ ਰਿਹਾ, ਸਿੱਧੇ ਜਾਂ ਸਿੱਧੇ ਢੰਗ ਨਾਲ, ਇਹੋ ਹੀ ਬੱਸਾਂ ਜਿਹੜੀਆਂ ਇੰਡੋ ਕੈਨੇਡੀਅਨ ਬਾਦਲ ਪਰਿਵਾਰ ਦੀਆਂ ਚੱਲਦੀਆਂ ਸਨ ਪੰਜਾਬ ਤੋਂ, 4 ਤੋਂ 5000 ਰੁਪਈਆ ਪ੍ਰਤੀ ਵਿਅਕਤੀ ਸਵਾਰੀ ਤੋਂ ਲਿਆ ਜਾਂਦਾ ਸੀ। ਅਲੱਗ-ਅਲੱਗ ਸ਼ਹਿਰਾਂ ਦਾ ਅਲੱਗ-ਅਲੱਗ ਕਿਰਾਇਆ ਸੀ, ਤੇ ਉਹੋ ਹੀ ਅੱਜ 1000 ਤੋਂ ਲੈ ਕੇ 1200 ਰੁਪਈਆ ਪ੍ਰਤੀ ਸਵਾਰੀ ਟਿਕਟ ਆ। ਤੇ ਲੋਕਾਂ ਨੂੰ ਤੀਜੇ ਹਿੱਸੇ ਤੋਂ ਵੀ ਘੱਟ ਰੇਟ ਤੇ ਲੋਕਾਂ ਨੂੰ ਜਿਹੜੀ ਆ ਬੱਸ ਦਾ ਸਫ਼ਰ ਮਿਲ ਰਿਹਾ, ਤੇ ਲੋਕ ਖੁਸ਼ ਨੇ। ਮੈਂ ਪੁੱਛਿਆ ਆਪਣੇ ਭੈਣਾਂ ਭਰਾਵਾਂ ਤੋਂ ਕਿ ਕਿਵੇਂ ਤੁਹਾਨੂੰ ਲੱਗਾ, ਤੇ ਸਾਰੇ ਖੁਸ਼ ਨੇ ਕਿ ਇੱਕ ਤੇ ਤੀਜੇ ਹਿੱਸੇ 'ਚ ਸਾਨੂੰ ਟਿਕਟਾਂ ਮਿਲੀਆਂ, ਤੇ ਸਹੂਲਤਾਂ ਪ੍ਰਾਈਵੇਟ ਬੱਸਾਂ ਨਾਲੋਂ ਸਰਕਾਰੀ ਬੱਸ ਦੇ ਵਿੱਚ ਵੱਧ ਨੇ। ਕਿ ਤੁਸੀਂ ਆਪੇ ਗੱਲ ਕਹੀ ਕਿ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ। ਮੈਨੂੰ ਅੱਜ ਵੀ ਯਾਦ, ਜਦੋਂ ਹਰੀ ਝੰਡੀ ਦੇ ਕੇ ਜਲੰਧਰੋਂ ਬੱਸਾਂ ਤੋਰੀਆਂ ਗਈਆਂ ਸੀ, ਤਾਂ ਪਹਿਲੀਆਂ ਜਿਹੜੀਆਂ 4-5 ਬੱਸਾਂ ਸੀ ਉਹ ਫੁੱਲ ਗਈਆਂ ਸੀ। ਅੰਕੜਾ ਕੀ ਆ ਹੁਣ ਤੱਕ, ਜਦੋਂ ਤੋਂ ਸਰਵਿਸ ਸ਼ੁਰੂ ਕੀਤੀ ਜਾਂ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ, ਕਿੰਨੇ ਕੁ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਲਾਹਾ ਲੈ ਲਿਆ ਇਸ ਸਫ਼ਰ ਦਾ? ਇਹ ਲਗਭਗ 1 ਮਹੀਨਾ ਹੋ ਚੱਲਿਆ ਜਦੋਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਝੰਡੀ ਦੇ ਕੇ ਬੱਸਾਂ ਰਵਾਨਾ ਕੀਤੀਆਂ ਸਨ। ਲਗਭਗ 1 ਮਹੀਨਾ ਹੋ ਚੱਲਿਆ। 18,500 ਦੇ ਕਰੀਬ ਯਾਤਰੀ ਸਫ਼ਰ ਕਰ ਚੁੱਕਾ ਦਿੱਲੀ ਏਅਰਪੋਰਟ ਤੋਂ, ਪੰਜਾਬ ਤੋਂ ਦਿੱਲੀ ਏਅਰਪੋਰਟ, ਤੇ 2.25 ਕਰੋੜ ਰੁਪਈਆ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਆ ਚੁੱਕਾ। ਤੇ 2.25 ਕਰੋੜ ਰੁਪਈਆ ਇਹ ਤੇ ਘੱਟ ਰੇਟ ਕਰਕੇ ਆ, ਨਹੀਂ ਤੇ ਇਸੇ ਰੇਸ਼ੋ ਨਾਲ ਆਪਾਂ ਚੱਲੀਏ ਤੇ ਇੱਕੋ ਘਰਾਣੇ ਦੀਆਂ ਬੱਸਾਂ ਨੂੰ ਅੱਜ 7 ਤੋਂ 8 ਕਰੋੜ ਰੁਪਈਆ ਪੰਜਾਬ ਦੇ ਲੋਕਾਂ 'ਚ ਉਹਨਾਂ ਦੀਆਂ ਜੇਬਾਂ 'ਚ ਚਲ ਜਾਣਾ ਸੀ। ਇੱਕ ਤੇ ਰੈਵਨਿਊ ਵਧਿਆ ਪੰਜਾਬ ਦਾ, ਤੇ ਇੱਕ ਪੰਜਾਬ ਦੇ ਲੋਕਾਂ ਨੂੰ ਸਹੂਲਤ ਮਿਲੀ, ਤੇ ਜਿਹੜਾ ਉੱਪਰਲਾ 4 ਤੋਂ 5 ਕਰੋੜ ਰੁਪਈਆ ਬਚਿਆ ਉਹ ਪੰਜਾਬ ਦੇ ਲੋਕਾਂ ਦੀਆਂ ਜੇਬਾਂ 'ਚ ਬਚਿਆ। ਉਹ ਪੰਜਾਬੀਆਂ ਦਾ ਜਿਹੜਾ ਬਚਿਆ, ਉਹ ਪੰਜਾਬ ਸਰਕਾਰ ਨੂੰ ਵੀ ਫਾਇਦਾ ਹੋਇਆ ਤੇ ਪੰਜਾਬ ਦੇ ਲੋਕਾਂ ਨੂੰ ਵੀ ਫਾਇਦਾ ਹੋਇਆ। ਇੱਕ ਜਾਲ ਤੋੜਨ ਦੀ ਕੋਸ਼ਿਸ਼ ਤੁਸੀਂ ਬੇਸ਼ੱਕ ਕੀਤੀ ਹੈ ਕਿ ਜਿਹੜੀਆਂ ਨਿੱਜੀ ਬੱਸਾਂ ਜਾਂਦੀਆਂ ਨੇ, ਬੇਸ਼ੱਕ ਮੈਂ ਸਵਾਰੀਆਂ ਤੋਂ ਗੱਲ ਕੀਤੀ, ਉਹ ਕਹਿੰਦੇ 3300 ਰੁਪਈਆ 3400 ਰੁਪਈਆ ਸਾਡਾ ਜਲੰਧਰ ਤੋਂ ਲੱਗਦਾ ਸੀ ਇੱਕ ਜਾਣੇ ਦਾ। ਅਗਲੇ ਨੂੰ ਕਿਵੇਂ ਕਾਬੂ ਕਰੋਗੇ? ਜਾਲ ਤਾਂ ਬੇਸ਼ੱਕ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, 2-4 ਤੰਦਾਂ ਤੋੜ ਵੀ ਲਈਆਂ, ਲੇਕਿਨ ਉਹ ਜਾਲ ਹਜੇ ਤੱਕ ਉਵੇਂ ਬੁਣਿਆ ਹੀ ਹੋਇਆ, ਹਜੇ ਤੱਕ ਉਵੇਂ ਦਾ ਉਵੇਂ ਆ। ਜੇ ਨੈਕਸਸ ਦੀ ਗੱਲ ਕਰ ਲਈਏ, ਟਰਾਂਸਪੋਰਟ ਮਾਫੀਆ ਕਿਹਾ ਜਾਂਦਾ, ਇੱਕ ਸ਼ਬਦ ਵਰਤਿਆ ਜਾਂਦਾ, ਉਹ ਮਾਫੀਆ ਤੇ ਕੰਟਰੋਲ ਕੀ ਹੈ? ਬਿਲਕੁਲ
ਆਨਲਾਈਨ ਟਾਈਮ ਟੇਬਲ ਕਰਤਾ। ਜਿੰਨੀਆਂ ਬੱਸਾਂ ਸਾਡੀਆਂ ਏਸੀ ਨਾਨ ਏਸੀ ਵੋਲਵੋ ਬੱਸਾਂ ਚੱਲਦੀਆਂ ਸਾਰੀਆਂ ਦਾ ਟਾਈਮ ਟੇਬਲ ਆਨਲਾਈਨ ਕਰਤਾ। ਜਿਹੜੀਆਂ ਤੁਸੀਂ ਕਦੀ ਵੇਖਦੇ ਹੋ ਹਾਈਵੇ ਤੇ ਆਮ ਹੀ ਆਪਾਂ ਨੂੰ ਪ੍ਰਾਈਵੇਟ ਬੱਸਾਂ ਜ਼ਿਆਦੀਆਂ ਦਿਸਦੀਆਂ ਸਨ, ਅੱਜ ਤੁਸੀਂ ਵੀ ਹਾਈਵੇ ਤੇ ਸਫ਼ਰ ਕਰਦੇ ਜੇ, ਜਿਹੜੀ ਪ੍ਰਾਈਵੇਟ ਬੱਸ ਬਿਲਕੁਲ ਘੱਟ ਆ ਤੇ ਸਰਕਾਰੀ ਬੱਸਾਂ ਦੀ ਗਿਣਤੀ ਵਧੀ ਆ। ਉਹ ਕੀ ਹੋਇਆ, ਟਾਈਮ ਟੇਬਲ ਆਨਲਾਈਨ ਹੋ ਗਿਆ, ਉਹ ਸਾਡੇ ਅਫਸਰਾਂ ਨੂੰ ਵੀ ਪਤਾ ਲੱਗ ਗਿਆ ਤੇ ਜਿਹੜੇ ਇੱਕ ਪਰਮਿਟ ਤੇ 5 ਬੱਸਾਂ ਚਲਾਉਂਦੇ ਸਨ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਟਾਈਮ ਟੇਬਲ ਪਤਾ ਲੱਗ ਗਿਆ। ਅੱਗੇ ਅੰਨੇ ਖੂਹ ਸਾਰਾ ਕੁਝ ਚੱਲਦਾ ਸੀ, ਉਹ ਜਿਵੇਂ ਖਾਣ ਨਹੀਂ ਪਾ ਦਿੰਦੇ, ਅੰਨੀ ਪੀਵੇ ਤੇ ਕੁੱਤੀ ਚੱਟੇ। ਸਰਕਾਰਾਂ ਇਹਨਾਂ ਰਵਾਇਤੀ ਪਾਰਟੀਆਂ ਦੀਆਂ ਰਹੀਆਂ, ਆਪੇ ਹੀ ਇਹ ਪੀਣ ਵਾਲੇ, ਆਪੇ ਹੀ ਇਹ ਚੱਟਣ ਵਾਲੇ, ਸਾਰਾ ਕੁਝ ਆਪੇ ਹੀ ਕਰੀ ਗਏ। ਇਹਨਾਂ ਦੀਆਂ ਹੀ ਬੱਸਾਂ, ਇਹਨਾਂ ਦੇ ਪਰਮਿਟ, ਇਹਨਾਂ ਦੀਆਂ ਹੀ ਸਰਕਾਰਾਂ, ਤੇ ਪੰਜਾਬ ਨੂੰ ਜਿਹੜਾ ਇਹਨਾਂ ਲੰਮਾ ਸਮਾਂ ਲੁੱਟਿਆ ਤੇ ਕੁੱਟਿਆ। ਆ ਤੁਸੀਂ ਵੇਖਿਆ ਹੋਣਾ, ਇਹ ਲਗਭਗ 5-6 ਸਾਲ ਤੋਂ ਵੱਧ ਸਮਾਂ ਹੋ ਗਿਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ। ਇਸੇ ਪਰਿਵਾਰ ਦੀ ਬੱਸ ਤੋਂ, ਔਰਬਿਟ ਬੱਸ ਤੋਂ ਕੰਡਕਟਰ ਨੇ ਧੱਕਾ ਮਾਰ ਕੇ ਇੱਕ ਸਾਡੀ ਧੀ ਨੂੰ ਥੱਲੇ ਸੁੱਟਤਾ ਤੇ ਉਹਦੀ ਮੌਤ ਹੋ ਗਈ ਸੀ ਮੋਗੇ ਕੋਲ ਔਰਬਿਟ ਬੱਸ ਤੋਂ। ਤੇ ਜਦੋਂ ਰੌਲਾ ਪਿਆ ਫੇਰ FIR ਦਰਜ ਹੋਈ ਤੇ ਥੋੜੇ ਸਮੇਂ ਬਾਅਦ ਹੀ ਫੇਰ ਉਹ FIR ਰਫਾ ਦਫਾ ਕਰ ਦਿੱਤੀ ਗਈ, ਰਾਜੀਨਾਮਾ ਹੋ ਗਿਆ। ਇਹ ਉਹ ਪਰਿਵਾਰ ਹੈ ਜਿਨੇ ਲੰਮਾ ਸਮਾਂ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ। ਸੰਤਾਪ ਹੋ ਗਿਆ ਪੰਜਾਬ ਦੇ ਲੋਕਾਂ ਨੇ। ਤੇ ਜੇ ਆਪਾਂ ਦੂਜੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ, ਤੇ ਉਹਨਾਂ ਦਾ ਵੀ ਤੁਹਾਨੂੰ ਪਤਾ ਹੀ ਆ ਪਿਛਲੇ 5 ਸਾਲ ਕੀ ਕੁਝ ਕੀਤਾ। ਲੋਕਾਂ ਨਾਲ ਧੱਕੇਸ਼ਾਹੀਆਂ, ਨਜਾਇਜ਼ ਪਰਚੇ। ਇਹ ਨਹੀਂ ਕਿ ਲੋਕਾਂ ਦਾ ਖਿਆਲ ਰੱਖਿਆ ਗਿਆ, ਸਿਰਫ ਲੋਕਾਂ ਨੂੰ ਲੁੱਟਣ ਤੇ ਕੁੱਟਣ ਦਾ ਕੰਮ ਕੀਤਾ ਗਿਆ। ਤੁਸੀਂ ਕਹਿ ਰਹੇ ਹੋ ਦੋਵਾਂ ਪਾਰਟੀਆਂ ਦੇ, ਦੋਵਾਂ ਜਿਹੜੇ ਸਾਬਕਾ ਸਰਕਾਰਾਂ ਦੇ ਇਲਜ਼ਾਮ ਲਾ ਰਹੇ ਹੋ, ਪਰ ਉਹ ਤੁਹਾਡੇ ਤੇ ਹੁਣ ਇਲਜ਼ਾਮ ਲਾਉਂਦੀਆਂ ਨੇ ਕਿ ਉਦੋਂ ਦਿੱਲੀ ਦੀ ਸਰਕਾਰ ਨੇ ਨਹੀਂ ਬੱਸਾਂ ਵੜਨ ਦਿੱਤੀਆਂ ਸਾਡੀਆਂ, ਉਦੋਂ ਸਰਕਾਰੀ ਨਹੀਂ ਚੱਲਣ ਦਿੱਤੀਆਂ, ਹੁਣ ਪੰਜਾਬ 'ਚ ਵੀ ਆਪਦੀ ਸਰਕਾਰ ਆ, ਦਿੱਲੀ 'ਚ ਵੀ ਉਹੀ ਪਾਰਟੀ ਦੀ ਸਰਕਾਰ ਆ ਤਾਂ ਬੱਸਾਂ ਚਲਾ ਲਈਆਂ, ਨਹੀਂ ਤਾਂ ਪਿਛਲੀ ਸਰਕਾਰ ਵੀ ਇਹ ਉਪਰਾਲਾ ਕਰ ਲੈਂਦੀ। ਵੇਖੋ, ਵਿਰੋਧੀ ਪਾਰਟੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੂਜੇ ਨੂੰ ਜਿਹੜਾ ਚੰਗਾ ਕੰਮ ਕਰੇ ਉਹਨਾਂ ਨੂੰ ਕੰਮ ਕਰਦਿਆਂ ਚੰਗਾ ਨਹੀਂ ਕਹਿਣਾ ਹੁੰਦਾ। ਹਮੇਸ਼ਾ ਵਿਰੋਧੀਆਂ ਦਾ ਕੰਮ ਹੁੰਦਾ ਪ੍ਰੋਪੋਗੰਡੇ ਕਰਨਾ। ਜੇ ਇਹਨਾਂ ਦੀ ਨੀਤ ਹੁੰਦੀ ਨਾ, ਨੀਅਤ, ਤੇ ਇਹ ਬੱਸਾਂ ਚੱਲ ਸਕਦੀਆਂ ਸਨ। ਇਹਨਾਂ ਜਿਹੜੀਆਂ ਸਾਡੀਆਂ ਵੋਲਵੋ ਬੱਸਾਂ ਚੱਲਦੀਆਂ, ਅਸਲ 'ਚ ਇਹਨਾਂ ਕੋਲ ਦਿੱਲੀ ਏਅਰਪੋਰਟ ਤੇ ਜਾਣ ਲਈ ਪਰਮਿਟ ਹੀ ਨਹੀਂ ਸਨ। ਹੁਣ ਅਸੀਂ 28 ਪਰਮਿਟ ਲਏ ਆ, ਜਿਹਦੇ ਤੇ 19 ਬੱਸਾਂ ਜਿਹੜੀਆਂ ਚਲਾਤੀਆਂ, 7 ਪਰਮਿਟ ਅਜੇ ਵੀ ਸਾਡੇ ਕੋਲ ਪਏ ਆ। ਉਹ ਸਰਵੇ ਕਰਵਾ ਰਹੇ ਆ, ਜਿੱਥੋਂ ਵੀ ਜ਼ਰੂਰਤ ਹੋਵੇਗੀ ਬੱਸਾਂ ਨੂੰ ਪਰਮਿਟ ਦੇਵਾਂਗੇ ਤੇ ਉੱਥੋਂ ਤੱਕ ਚੱਲਣਗੀਆਂ। ਜਿਹੜੀ ਚੀਜ਼ ਦਾ ਆਪਣੇ ਕੋਲ ਪਰਮਿਟ ਹੀ ਨਹੀਂ ਹੈ ਤੇ ਉਹ ਬੱਸ ਕਿਵੇਂ ਚੱਲੂਗੀ। ਪਹਿਲਾਂ ਜਿਹੜੀਆਂ ਬੱਸਾਂ ਚੱਲਦੀਆਂ ਰਹੀਆਂ ਉਹ ਉੱਦਾਂ ਹੀ ਚੱਲਦੀਆਂ ਰਹੀਆਂ, ਤੇ ਜਦੋਂ ਚੈਕਿੰਗ ਕੀਤੀ ਦਿੱਲੀ ਦੇ ਅਧਿਕਾਰੀਆਂ ਨੇ ਤਾਂ ਵੇਖਿਆ ਸਿਰਫ ਜਿਹੜਾ ਬੱਸ ਸਟੈਂਡ ਹੈ ਇੰਟਰਨੈਸ਼ਨਲ ISBT, ਉਹਦੇ ਤੱਕ ਜਾਣ ਲਈ ਸਾਡੇ ਕੋਲ ਪਰਮਿਟ ਸਨ, ਦਿੱਲੀ ਏਅਰਪੋਰਟ ਤੱਕ ਜਾਣ ਲਈ ਪਰਮਿਟ ਨਹੀਂ ਸਨ। ਹੁਣ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਮੈਂ ਖੁਦ, ਸਾਡੇ ਟਰਾਂਸਪੋਰਟ ਮਹਿਕਮੇ ਨੇ ਦਿਨ ਰਾਤ ਮਿਹਨਤ ਕੀਤੀ, ਦਿਨ ਰਾਤ ਮਿਹਨਤ ਕਰਕੇ ਉਹ ਪਰਮਿਟ ਲਏ, ਮਨਜ਼ੂਰੀ ਲਈ, ਤੇ ਫਿਰ ਦਿੱਲੀ ਏਅਰਪੋਰਟ ਤੇ ਬੱਸਾਂ ਗਈਆਂ। ਇਹ ਤੇ ਸਿਰਫ ਪਿਛਲੀ ਸਰਕਾਰ 'ਚ ਝੂਠੇ ਧਰਨੇ, ਝੂਠੀਆਂ ਚਿੱਠੀਆਂ ਕੱਢਦੇ ਰਹੇ, ਵੀ ਪਬਲਿਸਿਟੀ ਕਰਦੇ ਰਹੇ। ਜੇ ਬੱਸਾਂ ਚਲਾਉਣੀਆਂ ਹੁੰਦੀਆਂ ਤੇ ਪਰਮਿਟ ਲੈਣ ਵਾਲੇ ਧਿਆਨ ਕਰਦੇ। ਹੁਣ ਇਹ ਪ੍ਰੋਪੋਗੰਡੇ ਕਰ ਰਹੇ ਆ ਕਿ ਐ ਹੋਇਆ ਉਹ ਉਹਨਾਂ ਬੰਦ ਕੀਤੀਆਂ, ਬੰਦ ਨਹੀਂ ਕੀਤੀਆਂ। ਇਹਨਾਂ ਕੋਲ ਪਰਮਿਟ ਨਹੀਂ ਸਨ, ਇਹਨਾਂ ਪਰਮਿਟ ਹੀ ਨਹੀਂ ਲਏ। ਬੱਸਾਂ ਦਾ ਬਾਡੀਆਂ ਦਾ ਪ੍ਰੋਪੋਗੰਡਾ ਆਮ ਆਦਮੀ ਪਾਰਟੀ ਕਰ ਰਹੀ ਹੈ। ਜੇ ਬੱਸਾਂ ਦੀ ਬਾਡੀਆਂ ਨੂੰ ਹੁਣ ਤੱਕ ਕਹਿੰਦੇ ਬੇਸ਼ੱਕ ਕਿਹਾ ਜਾ ਰਿਹਾ ਹੈ ਕਿ ਮਹਿੰਗੀਆਂ ਲਵਾ ਲੀਆਂ, ਪੈਸੇ ਖਾਲੇ, ਸਬੂਤ ਲਿਆਓ। ਵੇਖੋ, ਉਹ ਤੁਸੀਂ ਵੇਖ ਸਕਦੇ ਜੇ। ਹੁਣ ਮੈਂ ਵਾਰ-ਵਾਰ ਕੀ ਬੋਲਾਂ, ਉਹ ਬੱਸਾਂ ਜਿਹੜੀਆਂ ਬਿਲਕੁਲ ਘਟੀਆ ਮਟੀਰੀਅਲ ਲੱਗਾ ਵਾ, ਤੇ ਉਹ ਡਰਾਈਵਰ ਕੰਡਕਟਰਾਂ ਤੋਂ ਤੁਸੀਂ ਪੁੱਛ ਸਕਦੇ ਜੇ। ਜਿਹੜੀ ਚਾਦਰ ਆ ਬੱਸਾਂ ਦੀ ਉਹ ਪਾਟ ਰਹੀ ਆ, ਲੌਕ ਖਰਾਬ ਹੋ ਗਿਆ, ਬਾਰੀਆਂ ਆਪੇ ਹੀ ਖੁੱਲ ਜਾਂਦੀਆਂ, ਆਪੇ ਹੀ ਵੱਜ ਜਾਂਦੀਆਂ। ਸਾਰੀਆਂ ਬੱਸਾਂ ਜਿਹੜੀਆਂ 825 ਪਈਆਂ, ਤੁਸੀਂ ਉਹਨਾਂ ਦਾ ਚੈੱਕ ਕਰ ਸਕਦੇ ਮਟੀਰੀਅਲ ਕਿਹੋ ਜਿਹਾ ਲੱਗਾ। ਚੋਰੀ ਕੀਤੀ ਬੜੇ ਸਾਫ਼ ਸੁਥਰੇ ਢੰਗ ਨਾਲ ਕੀਤੀ ਆ। ਆਪਾਂ ਜਿਵੇਂ ਇੱਕ ਮੋਬਾਈਲ ਫੋਨ ਹੀ ਲੈਂਦੇ ਆ, ਮੋਬਾਈਲ ਫੋਨ ਆ ਮੇਰਾ, ਇਹ ਜੇ ਮੈਂ ਬਾਹਰੋਂ ਲਿਆ ਤੇ ਮੈਨੂੰ ਇਹ ਮਿਲ ਗਿਆ ਕੋਈ 15,000 ਦਾ, ਤੇ ਜੇ ਮੈਂ ਸ਼ੋਰੂਮ ਤੋਂ ਲੈਣਾ, ਸ਼ੋਰੂਮ ਪ੍ਰਾਈਸ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨੇ ਸਰਕਾਰੀ ਤਰੀਕੇ ਨਾਲ ਰੇਟ ਵਧਾਇਆ, MRP ਜਿਹੜੀ ਦਿੱਤੀ ਆ। ਇਹ ਜਿਹੜਾ 15 ਦਾ ਮੈਨੂੰ ਬਾਹਰੋਂ ਮਿਲਿਆ, ਮੈਨੂੰ ਸ਼ੋਰੂਮ 'ਚੋਂ 20 ਦਾ ਮਿਲਣਾ। ਤੇ ਚੀਜ਼ ਅਸੀਂ ਲੈ ਸਕਦੇ ਹਾਂ ਤਰੀਕੇ ਨਾਲ, ਘੱਟ ਰੇਟ ਤੇ ਵੀ ਲੈ ਸਕਦੇ ਹਾਂ। 3 ਤੋਂ 4 ਲੱਖ ਰੁਪਈਆ ਜਿਹੜਾ ਵੱਧ ਬੌਡੀਆਂ ਤੇ ਖਰਚਿਆ ਗਿਆ, ਉਹ ਕੀਤੀ ਹੇਰਾਫੇਰੀ ਆ, ਪਰ ਕੀਤੀ ਸਾਫ਼ ਸੁਥਰੇ ਤਰੀਕੇ ਨਾਲ। ਹੇਰਾਫੇਰੀ ਸਾਫ਼ ਸੁਥਰੇ ਤਰੀਕੇ ਨਾਲ ਕੀਤੀ ਹੈ, ਕੋਈ ਕਾਰਵਾਈ ਪੁਖਤਾ? ਬਿਲਕੁਲ, ਇਨਕੁਆਇਰੀ ਚੱਲ ਰਹੀ ਆ। ਇਨਕੁਆਇਰੀ ਸਾਡੀ ਜਿਹੜੀ ਅਜੇ ਪੈਂਡਿੰਗ ਆ। ਕੋਈ ਗੱਲ ਨਹੀਂ, ਕਿਤੇ ਨਾ ਕਿਤੇ ਕੁਝ ਨਾ ਕੁਝ ਤੇ ਲੱਭੇਗਾ। ਜਿੱਥੇ ਵੀ ਕੋਈ ਘਾਟ ਪਤਾ ਲੱਗੇਗੀ ਕਾਨੂੰਨਨ ਤੌਰ ਤੇ। ਵੇਖੋ, ਐਵੇਂ ਨਹੀਂ ਅਸੀਂ ਵੀ ਜਿਵੇਂ ਪਿਛਲੀਆਂ ਸਰਕਾਰਾਂ ਜਿਵੇਂ ਨਜਾਇਜ਼ ਪਰਚੇ ਦਰਜ ਹੁੰਦੇ ਰਹੇ, ਨਜਾਇਜ਼ ਕਾਰਵਾਈਆਂ, ਉਹ ਕੰਮ ਨਹੀਂ ਕਰਨਾ। ਬਿਲਕੁਲ ਪ੍ਰੋਪਰ ਵੇ ਤੇ ਚੱਲ ਕੇ ਕਾਰਵਾਈ ਕਰਾਂਗੇ। ਜੇ ਕੋਈ ਦੋਸ਼ੀ ਹੋਇਆ ਤੇ ਉੱਤੇ ਕਾਨੂੰਨੀ ਕਾਰਵਾਈ ਹੋਏਗੀ, ਬਖਸ਼ਿਆ ਨਹੀਂ ਜਾਵੇਗਾ। ਵੱਡੀ ਜਿਹੜਾ ਕਿ ਮਸਲਾ ਸੀ ਕਹਿ ਦਈਏ, ਹਾਲਾਂਕਿ ਸਰਕਾਰੀ ਬੱਸਾਂ ਚੈਕਿੰਗ ਕਰਦੀ ਆ ਤਾਂ ਬੇਸ਼ੱਕ CCTV 'ਚ ਲੱਗੇ ਹੋਏ ਸੁਰੱਖਿਆ ਨੂੰ ਲੈ ਕੇ ਆ, ਲੇਕਿਨ ਸੁਰੱਖਿਆ ਨੂੰ ਲੈ ਕੇ ਸਰਕਾਰ ਕੀ ਪੁਖਤਾ ਇੰਤਜ਼ਾਮ ਕਰ ਰਹੀ ਜਦੋਂ ਦਿੱਲੀ ਨੂੰ ਏਅਰਪੋਰਟ ਨੂੰ ਇਹ ਬੱਸਾਂ ਪੰਜਾਬ ਦੇ ਵੱਖੋ ਵੱਖਰੇ ਕੋਨਿਆਂ ਤੋਂ ਜਾ ਰਹੀਆਂ ਨੇ? ਆਉਣ ਵਾਲੀ 1 ਤਰੀਕ ਤੋਂ ਅਸੀਂ ਨੈਵੀਗੇਸ਼ਨ ਸਿਸਟਮ ਹਰ ਬੱਸ ਦੇ ਵਿੱਚ ਲਾ ਰਹੇ ਹਾਂ,
ਤਾਂ ਜੋ ਸਾਨੂੰ ਆਪਣੇ ਹੈੱਡ ਆਫਿਸ ਤੋਂ ਜਾਂ ਜਿਹੜੇ ਸਾਡੇ ਮੇਨ ਦਫ਼ਤਰ ਹੈ ਉੱਥੇ ਬੈਠਿਆਂ ਸਕਰੀਨ ਤੇ ਪਤਾ ਲੱਗ ਸਕੇ ਕਿ ਸਾਡੀਆਂ ਬੱਸਾਂ ਕਿੱਥੇ ਪਹੁੰਚ ਚੁੱਕੀਆਂ। ਵੋਲਵੋ ਬੱਸਾਂ ਚੱਲਦੀਆਂ ਸਾਡੇ ਪੰਜਾਬ ਤੋਂ, ਹਰ ਸ਼ਹਿਰ ਤੋਂ, ਮੁੱਖ ਸ਼ਹਿਰ ਤੋਂ ਚੱਲਦੀਆਂ ਦਿੱਲੀ ਏਅਰਪੋਰਟ ਨੂੰ। ਤੇ ਇੱਕ ਹੀ ਹੋਟਲ ਜਿਹੜਾ ਸਾਡੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕੀਤਾ ਗਿਆ ਉਹ ਈਗਲ ਹੋਟਲ ਹੈ ਰਾਜਪੁਰੇ। ਤੇ ਜੇ ਮਨਜ਼ੂਰਸ਼ੁਦਾ ਹੋਟਲ ਤੋਂ ਬਿਨਾਂ ਰੁਕਣਗੀਆਂ ਉਹਦਾ ਵੀ ਪਤਾ ਲੱਗੇਗਾ। ਇਹ ਵੀ ਪਤਾ ਲੱਗੇਗਾ ਕਿ ਕਿੰਨਾ ਟਾਈਮ ਖੜੀ ਤੇ ਕਿਸੇ ਗਲਤ ਹੋਟਲ ਤੇ ਖੜੀ ਤੇ ਉੱਤੇ ਬਕਾਇਦਾ ਕਾਨੂੰਨੀ ਕਾਰਵਾਈ ਹੋਵੇਗੀ ਡਰਾਈਵਰ ਕੰਡਕਟਰ ਤੇ ਇਹ ਵੀ ਪਤਾ ਲੱਗੇਗਾ ਜੇ ਕੋਈ ਚੋਰੀ ਕਰੇਗਾ ਡੀਜ਼ਲ ਦੀ ਜਾਂ ਕਿਸੇ ਹੋਰ ਚੀਜ਼ ਦੀ ਨੈਵੀਗੇਸ਼ਨ ਲੱਗੀ ਹੋਵੇਗੀ ਉਹਦਾ ਸਾਰਾ ਕੁਝ ਪਤਾ ਲੱਗੇਗਾ। ਬੀਮੇ ਨੂੰ ਵੀ ਹੈ, ਸਵਾਰੀਆਂ ਦਾ ਬੀਮਾ ਵੀ ਹੈ, ਇੰਸ਼ੋਰੈਂਸ ਵਗੈਰਾ ਵੀ, ਇਹਨੂੰ ਵੀ ਲੈ ਕੇ ਕੋਈ ਉਪਰਾਲਾ ਕਰੋਗੇ? ਵੇਖੋ ਸਰਕਾਰ ਸੁਝਾਅ ਲੈ ਰਹੀ ਹੈ ਸਾਰੇ ਲੋਕਾਂ ਦੀ। ਇਹ ਆਮ ਲੋਕਾਂ ਦੀ ਸਰਕਾਰ ਆ। ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਲੋਕਾਂ ਦੀ ਰਾਏ ਲੈ ਕੇ ਬਜਟ ਬਣਾਇਆ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਪ ਦਿੱਤੀ ਸੀ ਤੇ ਬਜਟ ਬਣਾਉਣ ਤੋਂ ਪਹਿਲਾਂ ਕਿੰਨੇ ਲੱਖ ਲੋਕਾਂ ਨੇ ਸੁਝਾਅ ਦਿੱਤਾ ਤੇ ਜੋ ਲੋਕਾਂ ਕਿਹਾ ਉਹਦੇ ਮੁਤਾਬਕ ਬਜਟ ਬਣਾਇਆ। ਉਸੇ ਤਰ੍ਹਾਂ ਹੀ ਅਸੀਂ ਐਪ ਦਿੱਤੀ ਆ। ਸਾਡੀ ਐਪ ਤੇ ਲੋਕ ਸੁਝਾਅ ਦੇਣ, ਉਹਨਾਂ ਸੁਝਾਵਾਂ ਮੁਤਾਬਕ ਅਸੀਂ ਲੋਕਾਂ ਦੀਆਂ ਸਹੂਲਤਾਂ ਨੂੰ ਵੇਖਦੇ ਹੋਏ ਫੈਸਲੇ ਲਵਾਂਗੇ। ਆਖਰੀ ਸਵਾਲ ਹੈ, ਕੀ ਸੁਝਾਅ ਮਿਲੇ ਲੋਕਾਂ ਤੋਂ? ਕੀ ਕੋਈ ਸੁਧਾਰ ਕਰਨ ਵਾਲੀ ਗੱਲ ਕਰਦੇ ਨੇ? ਲੋਕ ਤੇ ਬੜੇ ਖੁਸ਼ ਹੋਏ। ਹੁਣ ਤੁਸੀਂ ਆਪ ਇਹਨਾਂ ਤੋਂ ਪੁੱਛ ਸਕਦੇ ਜੀ। ਸਾਰਿਆਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਬੜੀ ਵਧੀਆ ਬੱਸ ਆ। ਸਾਡੇ 3 ਗੁਣਾ ਪੈਸੇ ਜਿਹੜੇ ਵੱਧ ਜਾਂਦੇ ਸਨ ਉਹ ਬਚ ਗਏ। ਜੇ ਗੱਡੀ ਕਰਦੇ ਸਨ ਤੇ 5 ਗੁਣਾ ਵੱਧ ਜਾਂਦੇ ਸੀ ਤੇ ਜੇ ਕਿਸੇ ਘਰੇਲੂ ਘਰਾਣੇ ਦੀ ਬੱਸ ਤੇ ਜਾਂਦੇ ਸਨ ਤੇ 3-4 ਗੁਣਾ ਜਾਂਦੇ ਸਨ। ਲੋਕਾਂ ਦੀ ਬਚਤ ਹੋਈ ਤੇ ਸਹੂਲਤ ਵੱਧ ਮਿਲੀ। ਲੋਕ ਖੁਸ਼ ਨੇ। ਜੋ ਵੀ ਇਹਨਾਂ ਦੀ ਹੋਰ ਵੀ ਰਾਏ ਹੋਵੇਗੀ ਉਹ ਵੀ ਆਪਾਂ ਰਾਏ ਲਵਾਂਗੇ ਤੇ ਜਿਹੜੀ ਰਾਏ ਠੀਕ ਹੋਵੇਗੀ ਵਧੀਆ ਉਹ ਤੇ ਅਮਲ ਵੀ ਕਰਾਂਗੇ। ਬਿਲਕੁਲ ਰਾਏ ਅਸੀਂ ਲੋਕਾਂ ਦੀ ਖੁਦ ਹੀ ਲੈ ਲੈਂਦੇ ਆ ਕਿ ਲੋਕ ਕਿੰਨਾ ਕੁ ਖੁਸ਼ ਨੇ। ਨੌਜਵਾਨ ਬਿਲਕੁਲ ਮੰਤਰੀ ਸਾਹਿਬ ਦੇ ਨਾਲ ਬੈਠੇ ਆ। ਬਾਈ ਜੀ ਕੀ ਨਾਮ ਹੈ? ਮਨਜਿੰਦਰ ਸਿੰਘ ਜੀ। ਇਹ ਜੋ ਟਿਕਟ ਬੁੱਕ ਕਰਾਈ ਸੀ ਨਾਲ ਆਇਆ ਸੀ ਵੀ ਤੁਹਾਡੇ ਨਾਲ ਮੰਤਰੀ ਸਾਹਿਬ ਬਹਿ ਕੇ ਜਾਣਗੇ? ਨਹੀਂ ਸਰ, ਨਾਲ ਤਾਂ ਨਹੀਂ, ਬ੍ਰਦਰ ਨੇ ਕੀਤੀ ਸੀ ਟਿਕਟ ਬੁੱਕ ਤੇ ਇਹਦੇ ਖੁਦ ਇੱਥੇ ਆਣ ਕੇ ਪਤਾ ਲੱਗਾ ਜਲੰਧਰ ਦੇ ਮੰਤਰੀ ਸਾਹਿਬ ਨਾਲ ਆ ਰਹੇ। ਹਾਂਜੀ। ਕੀ ਗੱਲਬਾਤ ਹੋਈ ਹੁਣ ਤੱਕ? ਇਹ ਉਹ ਪੁੱਛਿਆ ਸਾਨੂੰ ਕਿੱਥੇ, ਸਾਰਿਆਂ ਦੇ ਦਿੱਲੀ ਜਾ ਰਹੇ ਰਿਪੋਰਟ ਆਪਾਂ ਵੀ ਨਾਲ। ਹਾਂਜੀ। ਕੁਝ ਸੁਝਾਅ ਦਿੱਤਾ ਹੈ ਤਾਂ ਕਿ ਬੱਸਾਂ 'ਚ ਕੀ ਚਾਹੀਦਾ ਹੋਰ? ਨਹੀਂ, ਸਭ ਕੁਝ ਅਵੇਲੇਬਲ ਹੈ ਜੀ। ਅਵੇਲੇਬਲ? ਹਾਂਜੀ। ਬਸ ਟਰਾਂਸਪੋਰਟ ਜਿਹੜੀ ਨਿੱਜੀ ਪਹਿਲਾਂ ਚੱਲਦੀ ਸੀ ਉਹਨੂੰ ਲੈ ਕੇ ਹੁਣ ਕੋਈ ਫਾਇਦਾ ਲੱਗ ਰਿਹਾ ਸਰਕਾਰੀ ਬੱਸਾਂ ਦਾ? ਫਾਇਦਾ ਹੈ ਜੀ। ਆਪਾਂ ਪਹਿਲਾਂ ਬਟਾਲੇ ਤੋਂ ਜੇ ਆਪਾਂ ਟੈਕਸੀ ਵੀ ਕਰਕੇ ਜਾਂਦੇ ਸੀ 14-15 ਹਜ਼ਾਰ ਚ ਜਾਈਦਾ ਸੀ। ਹਾਂਜੀ। ਤੇ ਇੱਥੇ ਆਪਾਂ 11-1200 ਚ ਦਿੱਲੀ ਚਲ ਜਾਈਦਾ ਹੈ। ਹਾਂਜੀ। ਬਹੁਤ ਜ਼ਿਆਦਾ ਫਰਕ ਹੈ ਜੀ। ਉਹ ਪੈਸੇ ਬਚਾ ਲਿਓ। ਹਾਂਜੀ ਹਾਂਜੀ। ਲੋਕਾਂ ਦੇ ਪੈਸੇ ਬਚ ਰਹੇ ਨੇ। ਸਤਿ ਸ਼੍ਰੀ ਅਕਾਲ ਮਾਤਾ ਜੀ। ਦਿੱਲੀ ਜਹਾਜ਼ ਫੜਨ ਚੱਲੇ ਜੀ? ਹਾਂ, ਬੇਟੀ ਚੜਾਉਣ ਚੱਲੇ। ਹਾਂਜੀ। ਤੇ ਪਹਿਲੀ ਵਾਰ ਜਾ ਰਹੇ ਹੋ ਬੱਸ ਤੇ ਸਰਕਾਰੀ ਤੇ ਜਾਂ ਪਹਿਲਾਂ? ਵੀ ਇੱਕ ਵਾਰ ਗਏ ਸੀ ਸਰਕਾਰੀ ਬੱਸ ਤੇ? ਹਾਂਜੀ, ਗਏ ਸੀ। ਕਿੰਨੇ ਕੁ ਸਮੇਂ ਦੌਰਾਨ ਗਏ ਹੋ ਸਰਕਾਰੀ ਬੱਸ ਤੇ? ਹੋ ਹੀ ਗਿਆ 20 ਕੁ ਦਿਨ। 20 ਦਿਨ? ਹਾਂਜੀ। ਫਰਕ ਲੱਗਦਾ ਹੈ ਸਰਕਾਰੀ ਬੱਸਾਂ ਦਾ? ਹਾਂਜੀ, ਬਹੁਤ ਵਧੀਆ ਹੈ। ਹਾਂਜੀ, ਬਹੁਤ ਵਧੀਆ ਦੇਣਾ ਹੋਵੇ ਕੋਈ ਸਰਕਾਰ? ਵਧੀਆ ਸਫ਼ਰ ਹੁੰਦਾ ਹੈ। ਜਿੱਦਾਂ ਮੰਜੇ ਤੇ ਬਹਿ ਕੇ ਜਾਣ ਦੇ। ਅੱਛਾ। ਹਾਂਜੀ। ਇੰਨਾ ਆਰਾਮਦਾਇਕ ਮਤਲਬ ਸਫ਼ਰ ਹੈ? ਹਾਂਜੀ, ਬਹੁਤ ਵਧੀਆ। ਗੱਡੀ ਨਾਲੋਂ ਵੀ ਵਧੀਆ। ਕਿਰਾਏ ਦਾ ਕਹਿੰਦੇ ਕਾਫੀ ਫਰਕ ਹੈ? ਹਾਂਜੀ। ਕਿਰਾਏ ਦਾ ਕਾਫੀ ਫਰਕ ਹੈ। ਕੀ ਫਿਰ ਸਰਕਾਰ ਨੂੰ ਹੁਣ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਕੋਈ ਚੰਗਾ ਕੰਮ ਕਰ ਵੀ ਰਹੀ ਹੈ ਕਿ ਇਹ ਨਹੀਂ? ਕਰ ਰਹੀ ਹੈ, ਬਹੁਤ ਵਧੀਆ ਹੈ। ਗੱਡੀ ਤੇ ਵੀ ਨਹੀਂ ਇੰਨਾ ਸੁੱਖ ਸਰੀਰ ਨੂੰ ਜਿੱਦਾਂ ਆਰਾਮ ਮਿਲਦਾ ਜੋ ਚਾਹੀਦਾ ਸੀ, ਜਿੰਨਾ ਹੁਣ ਬੱਸ ਤੇ ਜਾਣ ਤੇ ਸੌਖਾ ਲੱਗਦਾ। ਬੱਸ ਜਾਣਾ ਸੌਖਾ ਲੱਗਦਾ। ਸੋ ਬੱਸ ਤੇ ਸੌਖਾ ਲੱਗਦਾ। ਬਾਈ ਜੀ ਕੀ ਨਾਮ ਹੈ? ਮਲਕੀਤ ਸਿੰਘ ਹੈ। ਕਿੱਥੋਂ ਆਏ ਹੋ? ਪਿੰਡ ਵੱਲੋਂ, ਜ਼ਿਲ੍ਹਾ ਬਠਿੰਡਾ ਹੈ ਬਠਿੰਡੇ ਵਾਲੇ ਹੋ ਜੀ। ਬਠਿੰਡੇ ਵਾਲੇ ਜਲੰਧਰ ਵਾਲਾ ਕੀ ਹਿਸਾਬ ਹੈ ਕਿ ਰਾਜਪੁਰੇ ਬੱਸ ਚੱਕ ਕਿਹੜੇ ਹੋ? ਲੁਧਿਆਣੇ ਤੋਂ ਬਸ। ਲੁਧਿਆਣੇ ਤੋਂ ਲਈ ਆ। 에어ਪੋਰਟ ਜਾ ਰਹੇ ਹੋ? ਜੀ। ਠੀਕ ਹੈ। ਜਹਾਜ਼ ਚੜਨਾ? ਹਾਂਜੀ ਹਾਂ। ਕਿਹੜੀ ਜਗ੍ਹਾ? ਦੁਬਈ ਜਾਣਾ ਜੀ। ਜੀ। ਪਹਿਲਾਂ ਵੀ ਜਾਂਦੇ ਰਹੇ ਹੋ? ਪਹਿਲਾਂ ਵੀ ਜਾਂਦੇ ਰਹੇ ਹਾਂ। ਪਹਿਲਾਂ ਫਿਰ ਕਿਹੜਾ ਗੱਡੀ ਕੋਈ ਸਰਕਾਰੀ ਵਾਹਨ ਤੇ ਜਾਂਦੇ ਹੁੰਦੇ ਸੀ ਜਾਂ ਕੋਈ ਪ੍ਰਾਈਵੇਟ ਗੱਡੀ? ਨਹੀਂ, ਉਹ ਤਾਂ ਕੋਈ ਆਪਣਾ ਸਾਧਨ ਬਣਾਉਂਦੇ ਸੀ, ਜਾਣੀ ਕਿ ਵੀ ਇਹ ਬਹੁਤ ਜ਼ਿਆਦਾ ਬੈਨੀਫਿਟ ਹੈ। ਉਹ ਵੀ ਵੈਸੇ ਵੀ ਸਸਤਾ ਹੈ ਤੇ ਠੀਕ ਹੈ। ਕੁੱਲ ਮਿਲਾ ਕੇ ਬਹੁਤ ਵਧੀਆ। ਕੋਈ ਮੁਸ਼ਕਲ? ਕੋਈ ਪਰੇਸ਼ਾਨੀ ਨਹੀਂ ਹੈਗੀ। ਬਹੁਤ ਵਧੀਆ ਸੋਹਣਾ ਜਗਾੜਾ ਹੈ। ਜਾਣੀ ਕਿ ਵੀ 1-2-3 ਕੁ ਪਰੇਸ਼ਾਨੀਆਂ ਨੇ। ਇੱਕ ਤਾਂ ਮੁਰਥਲ ਜਿਹੜੀ ਹੋਟਲਾਂ ਤੇ ਲੁੱਟ ਹੁੰਦੀ ਆ ਆਮ ਬੇਰੁਜ਼ਗਾਰ ਬੰਦਿਆਂ ਦੀ, ਕਿਸੇ ਦੀ ਵੀ ਆ ਆਉਣ ਜਾਣ ਵਾਲੇ ਮੁਸਾਫਰ ਬੰਦੇ ਨੇ ਉਹਨਾਂ ਦੀ, ਉਹਦੇ ਤੇ ਥੋੜਾ ਜਿਹਾ ਕੰਟਰੋਲ। ਮਤਲਬ ਮਹਿੰਗੇ ਨੇ ਜਾਂ ਕੀ ਆ? ਬਹੁਤ ਜ਼ਿਆਦਾ ਮਹਿੰਗਾ ਹੋ ਜਗਾੜ। ਜਿਹੜਾ 100 ਰੁਪਏ ਦੀ ਥਾਲੀ ਆ ਉਹ ਮਤਲਬ ਕਿ ਉੱਥੇ 300-400 ਰੁਪਏ ਦੇ ਵਿੱਚ ਮਿਲਦੀ ਹੈ। ਚਾਹ ਦਾ ਕੱਪ ਵੀ ਆਮ ਜੇ ਆਪਾਂ 10 ਰੁਪਈਆਂ ਦਾ ਲੈਂਦੇ ਆ ਬਾਹਰੋਂ ਕਿਤੋਂ, ਉੱਥੋਂ 50 ਰੁਪਈਆਂ ਦੇ ਵਿੱਚ ਮਿਲਦਾ ਤੇ ਉਹਦੇ ਤੇ। ਇਹ ਬੱਸ ਉੱਥੇ ਰੁਕਦੀ ਆ ਮੁਰਥਲ ਉਸੇ ਹੋਟਲ? ਮੁਰਥਲ ਪਤਾ ਨਹੀਂ, ਹੁਣ ਮੈਂ ਤਾਂ ਪਹਿਲੀ ਵਾਰ ਵਿਜ਼ਿਟ ਕਰ ਰਿਹਾ ਜੀ। ਜਿਹੜੇ ਪਿੱਛੇ ਢਾਬੇ ਤੇ ਮਗਰ ਰੁਕੀ ਆ ਕਹਿੰਦੇ ਕੋਈ ਈਗਲ ਰੈਸਟੋਰੈਂਟ ਦਾ ਨਾਮ ਲੈਂਦੇ ਨੇ, ਉਹਦੇ ਰੇਟ ਕੀ ਲੱਗੇ? ਨਹੀਂ ਪਤਾ ਨਹੀਂ, ਫਿਲਹਾਲ ਤਾਂ ਹਲੇ
ਕਿਸੇ ਵੀ ਹੋਟਲ ਤੇ ਨਹੀਂ ਰੁਕੀ, ਅੱਧਾ ਹੀ ਸਫ਼ਰ ਹੋਇਆ। ਅੱਧਾ ਹੀ ਹੋਇਆ, ਠੀਕ ਹੈ 4 ਵਜੇ ਤੱਕ ਦਾ ਟਾਈਮ ਹੈ ਇਹਦਾ। ਠੀਕ ਹੈ 9 ਵਜੇ ਅਸੀਂ ਉੱਥੋਂ ਲੁਧਿਆਣੇ ਤੋਂ ਚੱਲੇ ਸੀ, 12 ਵਜ ਗਏ ਹੁਣ ਇਹ ਰੁਕਣਗੇ, ਫਿਰ ਦੇਖਾਂਗੇ ਕੀ ਬਣਦਾ। ਬਿਲਕੁਲ ਸਹੀ ਜਿਹੜਾ ਵਾਜਿਬ ਸਵਾਲ ਚੱਕਿਆ ਗਿਆ ਹੈ ਕਿ ਜਿਹੜੀ ਆਰਥਿਕ ਲੁੱਟ ਲੋਕਾਂ ਦੀ ਢਾਬਿਆਂ ਤੇ ਹੁੰਦੀ ਹੈ, ਉਹ ਲੁੱਟ ਨੂੰ ਰੋਕਣਾ ਵੀ ਜ਼ਰੂਰੀ ਹੈ। ਬੇਸ਼ੱਕ ਢਾਬਿਆਂ ਦੇ ਪ੍ਰਬੰਧਾਂ ਦੀ ਗੱਲ ਕਰ ਲਈਏ ਤਾਂ ਬਹੁਤ ਅਜਿਹੇ ਕੰਮ ਨੇ ਜਾਂ ਪ੍ਰਬੰਧ ਨੇ, ਸਰਵਿਸ ਦਿੱਤੀ ਜਾਂਦੀ ਹੈ, ਲੇਕਿਨ ਜਿਸ ਤਰੀਕੇ ਨਾਲ ਕਿਹਾ ਗਿਆ ਕਿ ਰੇਟ ਬਹੁਤ ਨਜਾਇਜ਼ ਲਾਏ ਜਾਂਦੇ ਨੇ ਤੇ ਖਾਸ ਤੌਰ ਤੇ ਕੁਝ ਟਰਾਂਸਪੋਰਟੇਸ਼ਨ ਦੇ ਜੋ ਮਾਲਕ ਨੇ ਜਾਂ ਨਿੱਜੀ ਕਈ ਬੱਸਾਂ ਨੇ, ਉਹ ਜਾਣਬੁੱਝ ਕੇ ਉਹਨਾਂ ਢਾਬਿਆਂ ਤੇ ਰੋਕਿਆ ਜਾਂਦਾ ਆ ਤੇ ਉਹ ਪੂਰਾ ਸਰਕਲ ਚੱਲ ਰਿਹਾ, ਉਸ ਤੇ ਵੀ ਠੱਲ ਪਾਉਣੀ ਚਾਹੀਦੀ ਆ। ਖੈਰ ਲੋਕ ਤਾਰੀਫਾਂ ਕਰ ਰਹੇ ਨੇ ਕਿ ਜੋ ਸਰਵਿਸ ਹੈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 에ਅਰਪੋਰਟ ਤੱਕ ਬਹੁਤ ਵਧੀਆ ਆ, ਸ਼ਲਾਘਾ ਕਰਨੀ ਬਣਦੀ ਵੀ ਹੈ। ਜੇਕਰ ਕਿਸੇ ਆਮ ਵਿਅਕਤੀ ਦੀ ਜੇਬ 'ਚੋਂ ਪੈਸਾ ਬਚਦਾ ਆ ਕਿਸੇ ਸਰਕਾਰ ਦੇ ਉਪਰਾਲੇ ਨਾਲ, ਉਹ ਬਹੁਤ ਚੰਗਾ ਆ। ਪਰ ਵਿਰੋਧੀਆਂ ਵੱਲੋਂ ਹਜੇ ਵੀ ਸਰਕਾਰ ਨੂੰ ਘੇਰਿਆ ਜਾ ਰਿਹਾ ਆ ਕਿ ਸਰਕਾਰ ਇੱਕ ਪ੍ਰੋਪੇਗੈਂਡਾ ਕਰ ਰਹੀ ਆ, ਆਮ ਲੋਕਾਂ ਨੂੰ ਬੇਸ਼ੱਕ ਜੋ ਵਾਅਦੇ ਕੀਤੇ ਉਹ ਪੂਰੇ ਨਹੀਂ ਕਰ ਰਹੀ। ਸੋ ਦੇਖਣਾ ਇਹ ਹੈ ਕਿ ਅੱਜ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਸਫ਼ਰ ਕਿਵੇਂ ਦਾ ਰਹਿੰਦਾ, ਇਸ ਸਫ਼ਰ ਦੇ ਨਤੀਜੇ ਕੀ ਨਿਕਲਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਸੁਰੱਖਿਆ ਦੇ ਲਈ, ਲੋਕਾਂ ਦੀ ਆਰਥਿਕਤਾ ਨੂੰ ਬਚਾਉਣ ਦੇ ਲਈ ਹੋਰ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾਂਦੇ ਨੇ।